ਪਹਿਲਾਂ ਤਾਂ ਕੂੜਾ ਨਹੀਂ ਸੀ ਕੱਦਾ ਸਿੱਟਦੇ ਸੀਗੇ, ਹੁਣ ਇਹਨਾਂ ਨੇ ਸਾਰਾ ਕੂੜਾ ਨਾ ਬੂਹੇ ਅੱਗੇ ਸਿੱਟਦਾ ਤਾਂ ਇਹਦੇ ਨਾਲ ਮੱਖੀਆਂ ਮੱਛਰ ਮਤਲਬ ਕਿ ਬਿਮਾਰੀਆਂ ਬਹੁਤ, ਕੈਂਸਰ ਦੀ ਬਿਮਾਰੀ ਵੀ ਹੋ ਗਈ ਹੈ। ਮਤਲਬ ਕਿ ਇੰਨੀ ਬਿਮਾਰੀ ਆ ਰਹੀ ਕਿ ਸਾਨੂੰ ਸਾਹ ਲੈਣਾ ਔਖਾ ਹੋ ਰਿਹਾ। ਸਾਰਾ ਚੰਡੀਗੜ੍ਹ ਦਾ ਗੰਦਾ ਕੂੜਾ ਮਤਲਬ ਕਿ ਇੱਥੇ ਸਿੱਟ ਰਹੇ ਨੇ, ਸਾਰੇ ਏਰੀਆ ਦਾ ਗੰਦਾ ਕੂੜਾ। ਮਤਲਬ ਕਿ ਇੰਨਾ ਕਹਿੰਦੇ ਕਰੋਨਾ 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 ਕੀ ਕਰੇਗਾ ਸਾਨੂੰ, ਇਹ ਜਾਨ ਲੈ ਕੇ ਸਾਡੀ ਰਹੇਗਾ। ਜਿੱਥੇ ਮੌਤਾਂ ਹੋ ਗਈਆਂ, ਜਵਾਨ ਬੱਚਿਆਂ ਦੀ ਮੌਤਾਂ ਹੋ ਗਈਆਂ ਨੇ ਇਹਨਾਂ ਕੂੜੇ ਨਾਲ ਜੀ। ਮੈਨੂੰ ਇਹ ਰਿਕੁਐਸਟ ਹੈ ਕਿ ਸਾਡਾ ਇਹ ਕੂੜਾ ਸਾਰਾ ਬੰਦ ਕੀਤਾ ਜਾਵੇ, ਜਾਂ ਕੋਈ ਦਵਾਈ ਸਿੱਟੀ ਜਾਵੇ, ਜਾਂ ਕੋਈ ਇਹਦਾ ਹੱਲ ਕੀਤਾ ਜਾਵੇ। ਮੇਰੀ ਨਾ ਬੇਟੀ ਡਾਕਟਰ ਹੈ, ਸਾਨੂੰ ਰਿਸ਼ਤੇ ਦੀ ਇੰਨੀ ਦਿੱਕਤ ਆ ਰਹੀ ਹੈ ਵੀ ਅਸੀਂ ਕਿਸੇ ਨੂੰ ਇੱਥੇ ਬੁਲਾ ਨਹੀਂ ਸਕਦੇ। ਅਦਰਵਾਈਜ਼ ਜਿਹੜਾ ਵੀ ਸਾਡੇ ਕੋਲ ਆਉਂਦਾ ਇੱਥੇ ਸਾਨੂੰ ਡੰਪਿੰਗ ਦੇਖ ਕੇ ਅਗਲਾ ਮਨਾ ਕਰਕੇ ਚਲੇ ਜਾਂਦਾ ਵੀ ਅਸੀਂ ਰਿਸ਼ਤਾ ਨਹੀਂ ਕਰਨਾ। ਇੱਥੋਂ ਤੱਕ ਦੀ ਦਿੱਕਤ ਆ ਗਈ ਕਿ ਸਾਨੂੰ ਇੱਥੋਂ ਸ਼ਿਫਟ ਹੋਣਾ ਪੈ ਰਿਹਾ ਹੈ। ਤੇ ਮੈਂ ਕਿ ਇੱਥੇ ਸਾਨੂੰ ਸ਼ਿਫਟ ਨਹੀਂ ਹੋਣਾ ਪਰ ਹੌਲੀ ਹੌਲੀ ਕਰਦੇ ਕਈ ਮਕਾਨ ਸ਼ਿਫਟ ਹੋ ਜਾਣਗੇ। ਮੈਂ ਕਿ ਸਾਡੀ ਐਡਮਿਨਿਸਟ੍ਰੇਸ਼ਨ ਨੇ ਇੰਨੀ ਬੁਰੀ ਹਾਲਤ ਕਰ ਰੱਖੀ ਹੈ, ਇੰਨੀ ਅਗਰ ਅਸੀਂ 20 ਬੰਦੇ ਅਸੀਂ ਇੱਥੇ ਧਰਨਾ ਦਿੰਦੇ ਆ, ਉਸ ਤੋਂ ਜ਼ਿਆਦਾ ਟਰੈਕਟਰ ਟਰਾਲੀਆਂ ਇੱਥੇ ਲਿਆ ਕੇ ਸੁੱਟ ਦਿੰਦੇ ਨੇ। ਦੇਸ਼ ਪ੍ਰਦੇਸ਼ ਟੀਵੀ ਤੇ ਰੈੱਡ ਐਫਐਮ ਚੈਨਲ ਨਾਲ ਜੁੜੇ ਸਾਰੇ ਅਜ਼ੀਜ਼ ਸਾਥੀਆਂ ਦਾ ਮੈਂ ਰਾਜਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਚੰਡੀਗੜ੍ਹ ਨੂੰ ਦਾ ਸਮਾਰਟ ਸਿਟੀ ਆਖਿਆ ਜਾਂਦਾ ਹੈ, ਜਿਸ ਦੇ ਅੰਦਰ ਇੱਕ ਸਲੋਗਨ ਦਿੱਤਾ ਜਾਂਦਾ ਹੈ ਕਿ ਕਲੀਨ ਸਿਟੀ ਗ੍ਰੀਨ ਸਿਟੀ। ਪਰ ਅੱਜ ਤੁਹਾਨੂੰ ਚੰਡੀਗੜ੍ਹ ਦੀ ਇੱਕ ਅਜਿਹੀ ਤਸਵੀਰ ਬਿਆਨ ਕਰਨ ਜਾ ਰਹੀ ਹੈ ਜੋ ਇਸ ਕਲੀਨ ਸਿਟੀ ਤੇ ਗ੍ਰੀਨ ਸਿਟੀ ਦੇ ਬਿਆਨ ਤੋਂ ਬਿਲਕੁਲ ਉਲਟ ਹੈ। ਡੱਡੂ ਮਾਜਰਾ ਦੇ ਵਿੱਚ ਖੜੇ ਆ, 38 ਵੈਸਟ ਦੇ ਵਿੱਚ ਡੱਡੂ ਮਾਜਰਾ ਕਲੋਨੀ ਹੈ ਅਤੇ ਸਾਹਮਣੇ ਦੇਖ ਸਕਦੇ ਹੋ ਕਿ ਡੰਪਿੰਗ ਗਰਾਊਂਡ ਬਣਿਆ ਹੋਇਆ ਹੈ। ਪੂਰੇ ਚੰਡੀਗੜ੍ਹ ਦਾ ਜਿਹੜਾ ਕੂੜਾ ਕਰਕਟ ਹੈ ਉਹ ਇੱਥੇ ਸੁੱਟਿਆ ਜਾਂਦਾ ਹੈ ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਵੱਡੇ ਆਕਾਰ ਦੇ ਵਿੱਚ, ਕਿੰਨੇ ਵੱਡੇ ਜਿਹੜੀ ਆ ਭੂਗੋਲ, ਕਿੰਨੇ ਵੱਡੇ ਖਿੱਤੇ ਦੇ ਵਿੱਚ ਇਹ ਜਿਹੜਾ ਡੰਪਿੰਗ ਗਰਾਊਂਡ ਫੈਲਿਆ ਹੋਇਆ। ਅਤੇ ਅੱਜ ਦਾ ਨਹੀਂ ਹੈ, 30-40 ਸਾਲਾਂ ਤੋਂ ਲਗਾਤਾਰ ਇੱਥੇ ਕੂੜਾ ਕਰਕਟ ਪੂਰੇ ਚੰਡੀਗੜ੍ਹ ਤੋਂ ਸਿੱਟਿਆ ਜਾ ਰਿਹਾ ਹੈ। ਪਰ ਮੁਸ਼ਕਿਲ ਕੀ ਹੈ? ਮੁਸ਼ਕਿਲ ਇਹ ਹੈ ਕਿ ਇਹ ਜਿਹੜਾ ਡੰਪਿੰਗ ਗਰਾਊਂਡ ਹੈ ਇਸ ਦੇ ਬਿਲਕੁਲ ਸਾਹਮਣੇ ਇੱਕ ਰਿਹਾਇਸ਼ ਹੈ। ਡੱਡੂ ਮਾਜਰਾ ਦੇ ਜਿਹੜੇ ਲੋਕ ਨੇ ਉਹਨਾਂ ਦੇ ਘਰ ਵਸਦੇ ਨੇ ਇੱਥੇ। ਪਰ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਕਿਸੇ ਇੱਕ ਘਰ ਦੇ ਅੱਗੇ ਥੋੜਾ ਜਿਹਾ ਕੂੜਾ ਕਰਕਟ ਵੀ ਸੁੱਟ ਦਿੱਤਾ ਜਾਵੇ ਤਾਂ ਉਹ ਪਰਿਵਾਰ ਪੂਰੀ ਤਰ੍ਹਾਂ ਪਰੇਸ਼ਾਨ ਹੋ ਜਾਵੇਗਾ, ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਸਾਹਮਣਾ ਕਰਨਾ ਪੈਣਗੀਆਂ। ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਹ ਇੰਨਾ ਵੱਡਾ ਡੰਪਿੰਗ ਗਰਾਊਂਡ ਹੈ, ਪੂਰੇ ਚੰਡੀਗੜ੍ਹ ਦਾ ਜਿਹੜਾ ਕੂੜਾ ਕਰਕਟ ਹੈ ਉਹ ਇੱਥੇ ਸੁੱਟਿਆ ਜਾਂਦਾ ਹੈ ਅਤੇ ਇਸ ਦੇ ਬਿਲਕੁਲ ਸਾਹਮਣੇ ਰਿਹਾਇਸ਼ ਹੈ। ਸੋ ਉਹਨਾਂ ਲੋਕਾਂ ਨੂੰ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਹੋਣਗੀਆਂ, ਉਹਨਾਂ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਸਿਰਫ ਬਿਮਾਰੀਆਂ ਦੀ ਗੱਲ ਨਹੀਂ ਹੈ, ਬਿਮਾਰੀਆਂ ਤੋਂ ਇਲਾਵਾ ਇਸ ਡੰਪਿੰਗ ਗਰਾਊਂਡ ਦੇ ਵਿੱਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵੀ ਬਾਰ-ਬਾਰ ਸਾਹਮਣੇ ਆਉਂਦੀਆਂ ਰਹੀਆਂ ਨੇ। ਭਾਵੇਂ ਅਕਤੂਬਰ 2020 ਦੀ ਗੱਲ ਕਰ ਲਈਏ, ਉਸ ਤੋਂ ਬਾਅਦ ਫਰਵਰੀ ਦੇ ਵਿੱਚ, ਉਸ ਤੋਂ ਬਾਅਦ ਮਾਰਚ ਦੇ ਵਿੱਚ ਵੀ ਇਸੇ ਡੰਪਿੰਗ ਗਰਾਊਂਡ ਦੇ ਵਿੱਚ ਅੱਗ ਲੱਗੀ ਸੀ। ਅਤੇ ਪੂਰੇ ਚੰਡੀਗੜ੍ਹ ਦੇ ਵਿੱਚ ਜਦ ਧੂੰਆਂ ਫੈਲਦਾ ਹੈ ਤਾਂ ਲੋਕ ਆਖਦੇ ਨੇ ਕਿ ਇਹ ਇੰਨਾ ਜਿਹੜਾ ਜ਼ਹਿਰੀਲਾ ਧੂੰਆਂ ਕਿੱਥੋਂ ਆ ਰਿਹਾ ਹੈ ਅਤੇ ਉਸ ਦੇ ਨਾਲ ਲੋਕਾਂ ਨੂੰ ਬੜੀ ਮੁਸ਼ਕਿਲ ਹੁੰਦੀ ਹੈ, ਚੰਡੀਗੜ੍ਹ ਵਾਸੀਆਂ ਨੂੰ। ਪਰ ਤੁਸੀਂ ਸੋਚ ਸਕਦੇ ਹੋ ਕਿ ਜੋ ਲੋਕ ਬਿਲਕੁਲ ਇਸ ਡੰਪਿੰਗ ਗਰਾਊਂਡ ਦੇ ਸਾਹਮਣੇ ਰਹਿੰਦੇ ਨੇ, ਇਸ ਦੇ ਆਸ-ਪਾਸ ਜਿਨ੍ਹਾਂ ਦੇ ਘਰ ਨੇ, ਉਹਨਾਂ ਨੂੰ ਕਿੰਨੀ ਮੁਸ਼ਕਿਲ ਹੁੰਦੀ ਹੋਵੇਗੀ। ਇੱਥੇ ਇਹ ਆਖਿਆ ਜਾ ਰਿਹਾ ਜਿਹੜੇ ਇੱਥੇ ਵਸਦੇ ਨੇ ਲੋਕ ਕਿ ਇੱਥੇ ਜੋ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇੱਕ ਉੱਪਰ ਉੱਚਾ ਜਿਹੜਾ ਡੰਪਿੰਗ ਗਰਾਊਂਡ ਬਣਿਆ ਹੋਇਆ ਜਿਸ ਦੇ ਉੱਪਰ ਪੂਰੀ ਤਰ੍ਹਾਂ ਜਿਹੜਾ ਕਿ ਇੱਕ ਤਰ੍ਹਾਂ ਪਰਬਤ ਤਰ੍ਹਾਂ ਬਣ ਗਿਆ। ਪਰ ਉਸ ਤੋਂ ਇਲਾਵਾ ਜੋ ਥੱਲੇ ਤੁਸੀਂ ਦੇਖ ਰਹੇ ਹੋ ਜਿੱਥੇ ਲੋਕ ਕੰਮ ਕਰ ਰਹੇ ਨੇ, ਉਹਨਾਂ ਦਾ ਆਖਣਾ ਹੈ ਕਿ ਨਿਵਾਸੀਆਂ ਦਾ ਆਖਣਾ ਕਿ ਇੱਥੇ ਆ ਕੇ ਜਿਹੜੇ ਚੰਡੀਗੜ੍ਹ ਤੋਂ ਲੈ ਕੇ ਆਉਂਦੇ ਨੇ ਕੂੜਾ ਕਰਕਟ ਉਹ ਇੱਥੇ ਸਿੱਧੇ ਤੌਰ 'ਤੇ ਸੁੱਟ ਦਿੰਦੇ ਨੇ, ਉੱਪਰ ਨਹੀਂ ਜਾਇਆ ਜਾਂਦਾ ਉਹਨਾਂ ਦੁਆਰਾ। ਇਹ ਵੀ ਇੱਕ ਵੱਡੀ ਜਿਹੜੀ ਪਰੇਸ਼ਾਨੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿ ਉਹਨਾਂ ਦੇ ਬਿਲਕੁਲ ਘਰ ਦੇ ਸਾਹਮਣੇ ਕੂੜਾ ਕਰਕਟ ਸੁੱਟਿਆ ਜਾ ਰਿਹਾ। ਇਸ ਦੇ ਬਾਬਤ ਪਰੇਸ਼ਾਨੀਆਂ ਹੋਰ ਕੀ ਨੇ, ਉਸ ਦੇ ਬਾਬਤ ਜਿਹੜੇ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਨਿਵਾਸੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਦਿਆਲ ਕ੍ਰਿਸ਼ਨ ਹੈ ਜੀ ਮੈਮ। ਮੈਂ ਉਰੇ 30 ਸਾਲ ਹੋ ਗਏ ਮੈਨੂੰ ਇੱਥੇ ਡੱਡੂ ਮਾਜਰਾ ਕਲੋਨੀ 'ਚ ਡੰਪਿੰਗ ਗਰਾਊਂਡ ਨੂੰ ਦੇਖਦੇ ਹੋਏ। ਸਾਡਾ ਜਿਹੜਾ ਬਚਪਨ ਹੈ ਉਹ ਇੱਥੇ ਬੀਤਿਆ ਹੋਇਆ ਹੈ। ਅਸੀਂ ਤਾਂ ਮੈਡਮ ਇਹ ਕਹਿਣਾ ਚਾਹਾਂਗੇ ਵੀ ਸਾਡੇ ਵਰਗੀ ਜਿਹੜੀ ਨਰਕ ਦੀ ਜ਼ਿੰਦਗੀ ਚੰਡੀਗੜ੍ਹ ਸ਼ਹਿਰ 'ਚ ਕੋਈ ਨਹੀਂ ਜੀ ਰਿਹਾ ਜਿਹੜੀ ਅਸੀਂ ਜੀ ਰਹੇ ਹਾਂ। ਕਹਿਣ ਨੂੰ ਤਾਂ ਸਮਾਰਟ ਸਿਟੀ ਹੈ ਪਰ ਇਸ ਐਂਗਲ ਤੋਂ ਕਿਤੇ ਸਮਾਰਟ ਸਿਟੀ ਲੱਗਦਾ ਨਹੀਂ ਹੈ। ਸਮਾਰਟ ਸਿਟੀ ਦੇ ਨਾਮ 'ਤੇ ਖਿਲਵਾੜ ਕੀਤਾ ਜਾ ਰਿਹਾ ਸਾਡੇ ਲੋਕਾਂ ਲਈ। ਸ਼ਹਿਰ ਤੋਂ ਜਿਹੜਾ ਗਿੱਲਾ ਸੁੱਕਾ ਕਚਰਾ ਲਿਆ ਕੇ ਉਹ ਵੀ ਸਾਡੇ ਘਰਾਂ ਦੇ ਮੂਹਰੇ ਸਿੱਟ ਰਹੇ ਆ। ਤੁਸੀਂ ਦੇਖ ਹੀ ਸਕਦੇ ਹੋ ਵੀ ਐਂ ਨਹੀਂ ਲੱਗਦਾ, ਸਾਨੂੰ ਪਤਾ ਹੀ ਨਹੀਂ ਲੱਗਦਾ ਜੀ ਅਸੀਂ ਡੰਪਿੰਗ ਗਰਾਊਂਡ 'ਚ ਰਹਿ ਰਹੇ ਹਾਂ ਜਾਂ ਆਪਣੇ ਘਰੇ ਰਹਿ ਰਹੇ। ਸਾਡੇ 'ਚ ਕੋਈ ਫਰਕ ਹੀ ਨਹੀਂ ਡੰਪਿੰਗ ਗਰਾਊਂਡ ਔਰ ਸਾਡੇ ਘਰ ਦਾ ਵਿੱਚ ਦਾ ਏਰੀਆ। 10 ਕਦਮ ਦੀ ਦੂਰੀ 'ਤੇ ਕਚਰਾ ਗਿਰ ਰਿਹਾ। ਇੰਨੀਆਂ ਬਿਮਾਰੀਆਂ ਲੱਗ ਰਹੀਆਂ ਨੇ। ਨਵੇਂ ਕਮਿਸ਼ਨਰ ਆਏ ਨੇ, ਉਹਨਾਂ ਨੂੰ ਅੱਖਾਂ 'ਤੇ ਪੱਟੀ ਬੰਨ੍ਹ ਕੇ ਘੁਮਾ ਕੇ ਦਿਖਾ ਦਿੱਤਾ ਵੀ ਦੇਖ ਲਓ ਜੀ ਇਹ ਠੀਕ ਕੰਮ ਹੋ ਰਿਹਾ। ਔਰ ਉਹਨਾਂ ਨੂੰ ਵੀ ਸੰਤੁਸ਼ਟੀ ਹੋ ਗਈ।
ਜਦ ਕਿ ਆਰਟੀਆਈ ਦੇ ਖੁਲਾਸੇ ਦੇ ਮੁਤਾਬਿਕ ਇਹ ਸਾਹਮਣੇ ਗੱਲ ਆਈ ਹੈ ਵੀ ਉਹਦੇ 'ਚ ਲਿਖਿਆ ਗਿਆ ਹੈ ਕਿ 35 ਤੋਂ 40% ਅਸੀਂ ਕਚਰਾ ਜਿਹੜਾ ਹੈ ਪ੍ਰੋਸੈਸ ਕਰਤਾ ਹੈ ਡੰਪਿੰਗ ਗਰਾਊਂਡ ਤੋਂ, ਉਹਦੀ ਹਾਈਟ ਘੱਟ ਹੋ ਗਈ ਹੈ। ਪਰ ਗਰਾਊਂਡ ਜਿਹੜੀ ਹਾਲਾਤ ਹੈ, ਜਿਹੜੀ ਸੱਚਾਈ ਹੈ ਉਹ ਕੁਝ ਹੋਰ ਹੈ। ਇੱਥੇ ਮੈਨੂੰ ਲੱਗਦਾ 1 ਇੰਚ ਕਚਰਾ ਸਮਾਪਤ ਨਹੀਂ ਹੋਇਆ। 1 ਸਾਲ ਹੋ ਗਿਆ ਜੇਪੀ ਬੰਦ ਹੋਏ ਨੂੰ, ਉਹਦਾ ਖਾਮਿਆਜਾ ਵੀ ਸਾਨੂੰ ਭੁਗਤਣਾ ਪੜ ਰਿਹਾ ਹੈ। ਇਹ ਕਹਿੰਦੇ ਨੇ ਕਿ ਜੇਪੀ ਦੀ ਗਲਤੀ ਕਾਰਨ ਇੱਥੇ ਇੰਨਾ ਵੱਡਾ ਢੇਰ ਲੱਗਿਆ, ਤਾਂ ਕਰਕੇ ਅਸੀਂ ਜੇਪੀ ਤੋਂ ਵਸੂਲੀ ਕਰਾਂਗੇ। ਲੇਕਿਨ 1 ਸਾਲ ਜਿਹੜਾ ਹੋਇਆ ਹੈ ਉਸ ਪੀਰੀਅਡ ਦੇ ਵਿੱਚ ਤਾਂ ਨਗਰ ਨਿਗਮ ਦੇ ਅੰਡਰ 'ਚ ਹੈ ਨਾ, ਉਹਦਾ ਹਰਜਾਨਾ ਕੌਣ ਦੇਗਾ? ਇਹਨਾਂ ਤੋਂ ਵੀ ਹਰਜਾਨਾ ਲੈਣਾ ਚਾਹੀਦਾ ਹੈ ਕਿ 1 ਸਾਲ ਜਿਹੜਾ ਇਹਨਾਂ ਦੇ ਕੋਲ ਸੀਗਾ ਉਸ ਟਾਈਮ ਲੋਕਾਂ ਨੂੰ ਪਰੇਸ਼ਾਨੀ ਕਿੰਨੀਆਂ ਹੋ ਰਹੀਆਂ। ਹੁਣ ਤੁਸੀਂ ਸੁੱਕਾ ਗਿੱਲਾ ਵੀ ਲਿਆ ਕੇ ਸਾਡੇ ਮੂਹਰੇ ਸਿੱਟਣਾ ਸ਼ੁਰੂ ਕਰਤਿਆ। ਤੇ ਮੈਡਮ ਤੁਹਾਨੂੰ ਦੱਸ ਦਈਏ ਕਿ ਇੱਥੇ ਪਲਾਂਟ ਇੱਕ ਲਗਾਇਆ ਗਿਆ ਸੀ ਰੀਸਾਈਕਲ ਕਰਨ ਦੇ ਲਈ ਕੂੜੇ ਕਰਕਟ ਨੂੰ, ਪਰ ਪਿਛਲੇ 1.5 ਸਾਲ ਤੋਂ ਕਰੀਬ 1 ਸਾਲ ਤੋਂ ਪਲਾਂਟ ਵੀ ਬੰਦ ਹੈ ਅਤੇ ਜਿੰਨਾ ਕੁ ਔਰ ਪਲਾਂਟ ਰੀਸਾਈਕਲ ਕਰਨਾ ਸੀ, ਜਿੰਨਾ ਕੂੜਾ ਕਰਕਟ ਇੱਥੋਂ ਕੱਟਣਾ ਸੀ ਡੰਪਿੰਗ ਗਰਾਊਂਡ ਤੋਂ, ਉਹ ਵੀ ਹੁਣ ਨਹੀਂ ਹੋ ਰਿਹਾ ਅਤੇ ਇੱਕ ਵੱਡੀ ਪਰੇਸ਼ਾਨੀ ਹੈ ਕਿ ਜਦੋਂ ਕੂੜਾ ਕਰਕਟ ਇੰਨੀ ਵੱਡੀ ਮਾਤਰਾ ਦੇ ਸੁੱਟਿਆ ਜਾ ਰਿਹਾ ਤੇ ਦੂਸਰੇ ਪਾਸੇ ਜੋ ਪਲਾਂਟ ਹੈ ਉਹ ਵੀ ਬੰਦ ਪਿਆ ਤੇ ਸਰਕਾਰ ਇਸ ਨੂੰ ਅਣਦੇਖਿਆ ਕਰ ਰਹੀ ਹੈ। ਤੁਸੀਂ ਇਸ ਤੋਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਕੇਸ ਤੁਸੀਂ ਜਿਹੜਾ ਚਲਾ ਰਹੇ ਹੋ, ਇਸ ਦੇ ਖਿਲਾਫ ਗੱਲਬਾਤ ਕਰ ਰਹੇ ਹੋ ਪ੍ਰਸ਼ਾਸਨ ਦੇ ਨਾਲ। ਹੁਣ ਤੱਕ ਤੁਸੀਂ ਕਿੰਨੀ ਵਾਰ ਆਵਾਜ਼ ਉਠਾ ਚੁੱਕੇ ਹੋ ਤੇ ਪ੍ਰਸ਼ਾਸਨ ਫਿਰ ਅੱਗੋਂ ਕੀ ਜਵਾਬ ਦਿੰਦਾ ਹੈ? ਮੈਡਮ ਜੀ, ਅਸੀਂ ਕੋਈ ਐਸਾ ਦਰਵਾਜ਼ਾ ਨਹੀਂ ਬਚਿਆ ਜਿਹੜਾ ਅਸੀਂ ਨਹੀਂ ਖਟਖਟਾਇਆ ਹੋਵੇ। ਜਿੰਨੇ ਅੱਜ ਤੱਕ ਮੇਅਰ ਆਏ ਆ ਸਾਰਿਆਂ ਨੂੰ ਮਿਲੇ ਆ ਅਸੀਂ, ਜਿੰਨੇ ਕਮਿਸ਼ਨਰ ਆਏ ਆ ਸਾਰਿਆਂ ਨੂੰ ਮਿਲੇ ਆ ਅਸੀਂ ਪ੍ਰਧਾਨ ਮੰਤਰੀ ਕਾਰਿਆਲੇ ਤੱਕ ਵੀ ਆਪਣੀ ਆਵਾਜ਼ ਉਠਾ ਚੁੱਕੇ ਆ, ਪਰ ਸਾਨੂੰ ਇੱਕੋ ਹੀ ਜਵਾਬ ਮਿਲਦਾ ਹੈ ਆਫੀਸਰਾਂ ਦੇ ਥਰੂ। ਉਹ ਲਿਖ ਕੇ ਭੇਜਦੇ ਨੇ ਜੀ ਬੜਾ ਵਧੀਆ ਕੰਮ ਹੋ ਰਿਹਾ ਹੈ, ਅਸੀਂ 4 ਦੀਵਾਰੀ ਕੀਤੀ ਹੋਈ ਹੈ ਔਰ 1-2 ਗੇਟ ਬਣੇ ਹੋਏ ਆ, ਚੰਗੀ ਪ੍ਰੋਸੈਸਿੰਗ ਹੋ ਰਹੀ ਹੈ। ਤੁਸੀਂ ਇਹਨਾਂ ਦੀ 4 ਦੀਵਾਰੀ ਵੀ ਦੇਖ ਲਈ, ਇਹਨਾਂ ਦੀ ਬਾਉਂਡਰੀ ਵਾਲ ਵੀ ਦੇਖ ਲਈ ਵੀ ਉਹ ਬਾਉਂਡਰੀ ਵਾਲ ਕਿੱਦਾਂ ਦੀ ਹੈਗੀ। ਘਰਾਂ 'ਚ ਕਚਰਾ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਖੜੀ ਹੈ ਬਾਉਂਡਰੀ ਵਾਲ ਦੇ ਉੱਪਰ ਖੜੀ ਹੈ ਕਿ ਥੱਲੇ ਖੜੀ ਹੈ ਨਾ। ਤੇ ਮਤਲਬ ਐਦਾਂ ਦਾ ਕੋਈ ਅਧਿਕਾਰੀ ਨਹੀਂ ਰਿਹਾ ਜਿਹਨੂੰ ਅਸੀਂ ਅਪਰੋਚ ਨਾ ਕੀਤੀ ਹੋਏ। ਸਿਰਫ ਇਲੈਕਸ਼ਨਾਂ ਦੇ ਟਾਈਮ ਆਉਂਦੇ ਆ, ਮਾੜਾ ਮੋਟਾ ਸਾਨੂੰ ਬਸ ਕਹਿ ਕੇ ਆਸ਼ਵਾਸਨ ਦੇ ਕੇ ਚਲੇ ਜਾਂਦੇ ਆ। ਹਰ ਸਾਲ ਆ ਕੇ 5 ਸਾਲ ਲਈ ਵੀ ਅਸੀਂ ਇਹ ਚੁਕਾ ਦਾਂਗੇ, ਕਰ ਦਾਂਗੇ, ਉਹ ਕਰ ਦਾਂਗੇ, ਪਰ ਨਹੀਂ ਮੈਡਮ, ਬਿਮਾਰੀਆਂ ਤਾਂ ਨਹੀਂ ਰੁਕ ਸਕਦੀਆਂ ਨਾ ਕਿਸੇ ਦੇ ਕਹਿਣ ਨਾਲ ਵੀ 10 ਦਿਨ ਰੁਕ ਜਾਓ ਜਾਂ 20 ਦਿਨ ਰੁਕ ਜਾਓ ਜਾਂ ਸਾਲ ਰੁਕ ਜਾਓ। ਬਿਮਾਰੀਆਂ ਤਾਂ ਲੱਗ ਰਹੀਆਂ ਰੋਜ਼ ਦੀ ਰੋਜ਼। ਉੱਪਰ ਤੇ ਕੋਵਿਡ ਦਾ ਟਾਈਮ ਚੱਲ ਰਿਹਾ, ਹੈਜੇ ਜਿੱਦਾਂ ਦੀ ਬਿਮਾਰੀ ਹੈ ਨਾ ਉਰੇ ਜਪੜਾ ਧਨਾਸ ਤੇ ਡੱਡੂ ਮਾਜਰਾ ਕਲੋਨੀ ਦੇ ਅੰਦਰ, ਜਿਹੜੀ ਸਵਾਸਥਯ ਵਿਭਾਗ ਦੀ ਪੀਜੀਆਈ ਦੀ ਰਿਪੋਰਟ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਹੜੇ ਡੱਡੂ ਮਾਜਰਾ ਔਰ ਧਨਾਸ ਹੈ ਇਹਦੇ ਵਿੱਚ ਜਿਹੜੇ ਹੈਜੇ ਦੇ ਪੇਸ਼ੈਂਟ ਹੈ ਜਿੰਨੇ ਪੂਰੇ ਸ਼ਹਿਰ 'ਚ ਨਹੀਂ ਹੈ ਉਹਦੇ ਉਸ ਤੋਂ 5 ਗੁਣਾ ਜ਼ਿਆਦਾ ਇਹਨਾਂ 2 ਕਲੋਨੀਆਂ 'ਚ ਹੈ। ਹੁਣ ਤੁਸੀਂ ਇਹਦੇ ਨਾਲ ਹਿਸਾਬ ਲਗਾ ਲਓ ਵੀ ਹੈਜਾ ਜਿਹੜਾ ਸਿੱਧਾ ਕਾਰਨ ਕਰੋਨਾ ਹੈ। ਕਰੋਨਾ ਦਾ ਲਾਸਟ ਜਿਹੜਾ ਉਹ ਡਿਜ਼ੀਜ਼ ਹੁੰਦੇ ਨੇ ਜਿਹਦੇ ਨਾਲ ਮੌਤ ਹੁੰਦੀ ਉਹ ਹੈਜੇ ਤੱਕ ਪਹੁੰਚਦੀ ਹੈ, ਫਿਰ ਬੰਦਾ ਬਚਦਾ ਨਹੀਂ ਹੈ। ਤੇ ਸਾਡੇ ਨਾਲ ਇੰਨੇ ਹਾਲਾਤ ਬੁਰੇ ਹੋ ਰਹੇ ਤਾਂ ਹੁਣ ਅਸੀਂ ਇਸ ਤੋਂ ਇਲਾਵਾ ਹੋਰ ਕਹਿ ਸਕਦੇ ਹਾਂ। ਪ੍ਰਸ਼ਾਸਕ ਬੀਬੀ ਸਿੰਘ ਬਦਨੌਰ ਦੇ ਕੋਲ ਅਪੀਲ ਪੱਤਰ, ਕੋਈ ਮੰਗ ਪੱਤਰ ਦੇ ਚੁੱਕੇ ਹੋ? 5 ਵਾਰ ਮੈਡਮ, 5 ਵਾਰ ਆਪਾਂ ਡੈਲੀਗੇਸ਼ਨ ਲੈ ਕੇ ਗਏ ਆ। ਇੱਥੇ ਦੇ ਲੋਕ ਅਸੀਂ ਗਏ 5 ਬੰਦੇ ਮਿਲੇ ਆ ਉਹਨਾਂ ਨੂੰ, ਅਸੀਂ ਤਸਵੀਰਾਂ ਵੀ ਦਿਖਾਈਆਂ ਉਹਨਾਂ ਨੂੰ, ਲਿਖਤੀ ਰੂਪ 'ਚ ਵੀ ਦਿੱਤਾ ਹੈ, ਉਹਨਾਂ ਨੇ ਆਸ਼ਵਾਸਨ ਦਿੱਤਾ ਹੈ। ਉਹ ਦੌਰਾ ਕਰਕੇ ਗਏ ਆ, ਦੌਰਾ ਕਰਨ ਦੇ ਦੌਰਾਨ ਵੀ ਅਸੀਂ ਉਹਨਾਂ ਨੂੰ ਮਿਲੇ ਆ ਕਿ ਸਰ ਤੁਸੀਂ ਦੇਖੋ ਜਰਾ ਡੰਪਿੰਗ ਗਰਾਊਂਡ ਤੋਂ, ਲੇਕਿਨ ਉਹ ਪ੍ਰੋਸੈਸਿੰਗ ਪਲਾਂਟ ਤੋਂ ਹੀ ਚਲੇ ਗਏ। ਜਦੋਂ ਉਹਨਾਂ ਨੇ ਉਦਘਾਟਨ ਕੀਤਾ ਬੀਬੀ ਸਿੰਘ ਬਦਨੌਰ ਜੀ ਨੇ, ਉਹ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਬਕਾਇਦਾ ਸਟੇਜ ਦੇ ਉੱਤੇ ਲਿਜਾ ਕੇ ਮੈਨੂੰ ਸਨਮਾਨਿਤ ਕੀਤਾ ਕਿ ਤੁਸੀਂ ਜਿਹੜਾ ਇੰਨਾ ਅੱਛਾ ਕੰਮ ਕੀਤਾ ਸੀ ਤਾਂ ਕਰਕੇ ਵੀ ਇਹ ਪਲਾਂਟ ਲੱਗ ਰਿਹਾ ਹੈ। ਇੱਕ ਗੁਲਦਸਤਾ ਦੇਤੇ ਆ, ਮੈਂ ਗੁਲਦਸਤਾ ਵਾਪਸ ਕਰਕੇ ਆਇਆ ਉਹਨਾਂ ਨੂੰ। ਇਹ ਸਾਨੂੰ ਗੁੰਮਰਾਹ ਕਰਨ ਦਾ ਗੁਲਦਸਤਾ ਦਿੱਤਾ ਸੀ, ਉਹਨਾਂ ਨੇ ਸਨਮਾਨ ਕਰਨ ਦਾ ਨਹੀਂ ਦਿੱਤਾ ਸੀਗਾ। ਅਗਰ ਉਹਨਾਂ ਨੇ ਸਨਮਾਨ ਕਰਨਾ ਹੁੰਦਾ ਤਾਂ ਉਹਨੇ ਝੂਠ ਨਾ ਬੋਲਦੇ ਕਿ ਇਹ ਡੰਪਿੰਗ ਗਰਾਊਂਡ ਹਟਾਵਾਂਗੇ ਜਾਂ ਉਹ ਲੈਗੇਸੀ ਵੇਸਟ ਹਟਾਵਾਂਗੇ। ਹੁਣ ਕਹਿੰਦੇ ਵੀ ਆਧੇ ਕਚਰੇ ਦਾ ਅਸੀਂ ਟੈਂਡਰ ਕੀਤਾ ਸੀਗਾ 34 ਕਰੋੜ ਆਧੇ ਕਚਰੇ ਦਾ, ਇਹ ਆਧਾ ਕਚਰਾ ਹੋਰ ਹੋ ਗਿਆ ਜਿਹੜਾ ਹੈਗਾ ਕਿ ਉਹ 5 ਲੱਖ ਮੈਟ੍ਰਿਕ ਟਨ ਸੀਗਾ, ਇਹ 4.5 ਲੱਖ ਮੈਟ੍ਰਿਕ ਟਨ ਹੈ। ਜਦੋਂ ਤੱਕ ਇਹਦੀ ਪ੍ਰੋਸੈਸਿੰਗ ਸ਼ੁਰੂ ਹੋਏਗੀ ਲੱਗਦਾ ਹੈ 10 ਲੱਖ ਮੈਟ੍ਰਿਕ ਟਨ ਹੋ ਜਾਏਗਾ। ਬਚਪਨ ਤੋਂ ਇੱਥੇ ਰਹਿੰਦੇ ਹੋ ਤੁਸੀਂ, ਜਿਵੇਂ ਪਹਿਲਾਂ ਆਖ ਚੁੱਕੇ ਸੀ ਕਿ ਪਹਿਲਾਂ ਇੱਥੇ ਗਰਾਊਂਡ ਸੀ, ਤੁਸੀਂ ਖੇਡਦੇ ਹੁੰਦੇ ਸੀਗੇ। ਇਹ ਜਿਹੜਾ ਉੱਪਰ ਪਰਬਤ ਹੈ ਪਹਿਲਾਂ ਇਹੀ ਡੰਪਿੰਗ ਗਰਾਊਂਡ ਹੁੰਦਾ ਸੀਗਾ, ਫਿਰ ਹੁਣ ਇਹ ਸਾਰਾ ਏਰੀਆ ਜੋ ਕਵਰ ਕਰ ਲਿਆ ਗਿਆ, ਇੱਥੇ ਪਹਿਲਾਂ ਕੀ ਸੀਗਾ? ਮੈਡਮ ਇੱਥੇ ਜੀ ਬਿਲਕੁਲ ਨਾ ਕਿਸਾਨਾਂ ਨੇ ਨਾ ਸਰਸੋਂ ਬੀਜੀ ਹੋਈ ਸੀ ਜਦੋਂ ਅਸੀਂ ਇਹ ਕਲੋਨੀ ਅਲਾਟਮੈਂਟ ਹੋਈ ਹੈ। ਅਸੀਂ ਇੱਥੇ ਆਏ, ਜਦੋਂ ਆਇਆ ਇੰਨਾ ਸੋਹਣਾ ਵਾਤਾਵਰਨ ਲੱਗਿਆ ਹੋਇਆ ਔਰ ਇਹ ਬੜਾ ਵਧੀਆ ਜੰਗਲ ਜਿਹਾ ਲੱਗਦਾ ਸੀ, ਠੰਡੀ ਹਵਾ ਆਉਂਦੀ ਸੀ, ਸਾਰੇ ਪਹਾੜ ਦਿਖਦੇ ਸੀ, ਆਸੇ-ਪਾਸੇ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਸੀ। ਨਾ ਮਾਤਰ ਜਿਹਾ ਕਚਰਾ ਜਿਹੜਾ ਗਿਰਦਾ ਸੀਗਾ, ਜਿੱਥੇ ਜੇਪੀ ਪਲਾਂਟ ਹੁਣ ਚਿਮਨੀ ਨਜ਼ਰ ਆ ਰਹੀ ਹੈ ਉਹ ਵਾਲੀ, ਉਹ ਜੇਪੀ ਪਲਾਂਟ ਹੈ। ਬਸ ਉੱਥੇ ਇੱਕ ਛੋਟਾ ਜਿਹਾ ਡੰਪਿੰਗ ਗਰਾਊਂਡ ਹੁੰਦਾ ਸੀ, ਕਚਰਾ ਮਾੜਾ ਮੋਟਾ ਗਿਰਦਾ ਸੀ। ਸਾਨੂੰ ਕਹਿੰਦੇ ਸੀ ਇਹ ਤਾਂ ਬੰਦ ਹੋ ਜਾਏਗਾ ਜੀ, ਕੋਈ ਗੱਲ ਨਹੀਂ, ਪਰ ਸਾਨੂੰ ਨਹੀਂ ਪਤਾ ਸੀਗਾ ਇਹ ਦਿਨ ਪ੍ਰਤੀ ਦਿਨ ਇੰਨਾ ਵੱਡਾ ਅਭਿਸ਼ਾਪ ਬਣ ਜਾਏਗਾ ਸਾਡੇ ਲਈ ਤੇ ਅਸੀਂ ਨਰਕ ਦੀ ਜ਼ਿੰਦਗੀ ਭੋਗਾਂਗੇ। ਤੇ ਹੁਣ ਅੱਜ ਉਹੀ ਦੇਖਣ ਨੂੰ ਮਿਲ ਰਿਹਾ ਜੀ।
ਡੰਪਿੰਗ ਗਰਾਊਂਡ ਦੇ ਕਰਕੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਦੇ ਵਿੱਚ ਫੈਲ ਰਹੀਆਂ ਨੇ। ਪਿਛਲੇ 30 ਸਾਲਾਂ ਤੋਂ ਇਸ ਤੋਂ ਵੱਧ ਸਾਲਾਂ ਤੋਂ ਇਹ ਡੰਪਿੰਗ ਗਰਾਊਂਡ ਇੱਥੇ ਮੌਜੂਦ ਹੈ ਅਤੇ ਕੂੜਾ ਕਰਕਟ ਜਿਸ ਤਰ੍ਹਾਂ ਸੁੱਟਿਆ ਜਾ ਰਿਹਾ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਮ ਕੂੜਾ ਕਰਕਟ ਘਰਾਂ ਦੇ ਵਿੱਚ ਵੀ ਜੇ ਪਿਆ ਰਵੇ ਤਾਂ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਅਤੇ ਇਸ ਕੂੜੇ ਕਰਕਟ ਤੋਂ ਕਿੰਨੀਆਂ ਬਿਮਾਰੀਆਂ ਲੋਕਾਂ ਦੇ ਵਿੱਚ ਫੈਲਦੀਆਂ ਹੋਣਗੀਆਂ। ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ, ਉਸ ਦਾ ਤੁਸੀਂ ਅੰਦਾਜ਼ਾ ਲਗਾ ਕੇ ਇਹ ਬੜੀ ਇੱਕ ਕਹਿ ਸਕਦੇ ਖਤਰਨਾਕ ਗੱਲ ਹੈ ਕਿ ਇੱਕ ਡੰਪਿੰਗ ਗਰਾਊਂਡ ਰਿਹਾਇਸ਼ ਦੇ ਸਾਹਮਣੇ ਲਗਾਇਆ ਗਿਆ। ਇੱਥੇ ਲੋਕ ਮੌਜੂਦ ਨੇ, ਨਿਵਾਸੀ ਮੌਜੂਦ ਨੇ ਡੱਡੂ ਮਾਜਰਾ ਦੇ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਾਣਦੇ ਆ ਮੁਸ਼ਕਿਲ ਕੀ ਹੈ। ਨਾਮ ਕੀ ਹੈ ਵੀਰ ਜੀ? ਗੁਰਦੀਪ ਸਿੰਘ ਜੀ। ਅੱਛਾ, ਇਹ ਡੰਪਿੰਗ ਗਰਾਊਂਡ ਇੱਥੇ ਬਿਲਕੁਲ ਸਾਹਮਣੇ ਹੈ। ਪਹਿਲਾਂ ਤਾਂ ਇਹਦਾ ਕਿੰਨੇ ਸਾਲ ਹੋ ਗਏ ਰਹਿੰਦਿਆਂ ਨੂੰ ਅਤੇ ਮੁਸ਼ਕਿਲ ਕੀ ਆ ਰਹੀ ਹੈ? ਕਿਉਂਕਿ ਬਿਮਾਰੀਆਂ ਦਾ ਘਰ ਹੁੰਦਾ ਕੂੜਾ ਕਰਕਟ, ਤਾਂ ਇਹ ਤਾਂ ਬਿਲਕੁਲ ਸਾਹਮਣੇ ਲੱਗਿਆ ਹੋਇਆ। ਸਾਨੂੰ ਨਾ 45-50 ਸਾਲ ਦੇ ਇੱਥੇ ਰਹਿੰਦੇ ਹੋ ਗਏ ਨੇ। ਸਾਨੂੰ ਸ਼ੁਰੂ ਤੋਂ ਹੀ ਮਤਲਬ ਕਿ ਇਹਨਾਂ ਥੋੜਾ ਪਹਿਲਾਂ ਕਰਤਾ ਸੀ, ਥੋੜਾ ਹੁਣ ਬਿਲਕੁਲ ਘਰਾਂ ਦੇ ਅੱਗੇ ਕਰਤਾ ਇਹਨਾਂ ਨੇ। ਇੰਨੀ ਸਾਨੂੰ ਹੋ ਰਹੀ ਹੈ ਸੀ, ਸਾਡੇ ਕੁਝ ਸਾਡੇ ਬਜ਼ੁਰਗ ਡੈਥ ਹੋ ਗਈ ਹੈ, ਜਿਨ੍ਹਾਂ ਦੀ ਟੀਵੀ ਹੈ। ਸਾਡੇ ਭੈਣ ਜੀ ਸੀ, ਇਹਨਾਂ ਦੀ ਟੀਵੀ ਨਾਲ ਬਿਮਾਰ ਹੋ ਗਏ। ਤੇ ਆਮ ਨੋਰਮਲੀ ਹੈ ਵੀ ਮਤਲਬ ਕਿ ਸਾਰੇ ਘਰਾਂ ਦੇ ਵਿੱਚ ਕੋਈ ਟੀਵੀ ਦੇ ਮਰੀਜ਼ ਆਮ ਤੁਰੇ ਫਿਰਦੇ ਨੇ। ਮਤਲਬ ਕਿ ਇਹਦੀ ਪ੍ਰੋਬਲਮ ਹੋ ਗਈ ਹੈ ਵੀ ਅਸੀਂ ਬਾਹਰ ਨਿਕਲਣਾ ਵੀ ਸਾਨੂੰ ਬਹੁਤ ਮੁਸ਼ਕਿਲ ਹੋ ਗਿਆ, ਸਾਹ ਲੈਣਾ ਵੀ ਸਾਡਾ ਬਹੁਤ ਦਿੱਕਤ ਆ ਗਈ ਹੈ। ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਚਲੋ ਸਾਡੀ ਜਾਨ ਛੱਡੋ ਜਾਂ ਸਾਨੂੰ ਕਿਤੇ ਬਦਲ ਦੇਣ, ਸਾਡੇ ਤਾਂ ਮਕਾਨ ਹੀ ਚੱਕ ਕੇ ਕਿਤੇ ਹੋਰ ਦੇ ਦੇਣ ਸਾਨੂੰ। ਤੇ ਸਾਡੀ ਤਾਂ ਇਹੀ ਪ੍ਰਾਰਥਨਾ ਜੀ ਸਰਕਾਰ ਅੱਗੇ। ਅਸੀਂ ਪਹਿਲਾਂ ਗੱਲ ਕੀਤੀ ਸੀ ਵੀ ਜਦੋਂ ਇੱਥੇ ਪਹਿਲਾਂ ਕਿ ਵਸੇ ਸੀ ਲੋਕ ਤਾਂ ਉਦੋਂ ਇਸ ਤਰ੍ਹਾਂ ਦਾ ਇੱਥੇ ਹਾਲਾਤ ਨਹੀਂ ਸੀਗੇ। ਤੁਸੀਂ ਵੀ ਇਹ ਦੇਖ ਕੇ ਵਸੇ ਹੋਵੋਗੇ ਵੀ ਠੀਕ ਹੈ ਮਾਹੌਲ, ਕਿਉਂਕਿ ਬੰਦਾ ਆਸ-ਪਾਸ ਦੇਖ ਕੇ ਆਪਣਾ ਘਰ ਲੈਂਦਾ ਹੈ। ਪਰ ਹੁਣ ਜਿਵੇਂ ਆਹ ਦਿੱਕਤ ਬਣੀ ਹੋਈ ਹੈ ਤੇ ਤੁਸੀਂ ਆਪਣਾ ਘਰ ਵੀ ਨਹੀਂ ਛੱਡ ਸਕਦੇ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਦੇਖੋ, ਪਹਿਲਾਂ ਜਦੋਂ ਅਸੀਂ ਇੱਥੇ ਵਸੇ ਹਾਂ ਇੱਥੇ ਬਿਲਕੁਲ ਕੋਈ ਡੰਪਿੰਗ ਨਹੀਂ ਸੀ, ਬਿਲਕੁਲ ਕੁਛ ਇੱਦਾਂ ਦੀ ਨਦੀ ਬਣੀ ਹੋਈ ਸੀ। ਬੜੇ ਆਰਾਮ ਨਾਲ ਅਸੀਂ ਬੱਚੇ ਸਾਡੇ ਖੇਡਦੇ ਸਨ ਗਰਾਊਂਡ ਦੇ ਵਿੱਚ। ਤੇ ਹੁਣ ਇੰਨਾ ਬੁਰਾ ਹਾਲ ਕਰਤਾ ਹੈ ਵੀ ਅਸੀਂ ਸਰਕਾਰ ਨੂੰ ਚਾਹੁੰਦੇ ਵੀ ਜਾਂ ਸਾਡੇ ਮਕਾਨ ਮੁੱਲ ਲੈ ਲੈਣ ਤੇ ਸਾਨੂੰ ਕਿਤੇ ਹੋਰ ਦੇ ਦੇਣ, ਤੇ ਅਸੀਂ ਇੱਥੇ ਸਾਨੂੰ ਕੱਢ ਦੇਣ, ਜਾਂ ਇਹ ਡੰਪਿੰਗ ਕੱਢ ਦੇਣ ਤੇ ਜਾਂ ਸਾਨੂੰ ਕੱਢ ਦੇਣ ਪਬਲਿਕ ਨੂੰ। ਅੰਕਲ ਤੁਹਾਡਾ ਕੀ ਨਾਮ ਹੈ? ਦਵਿੰਦਰ ਸਿੰਘ ਜੀ। ਮੁਸ਼ਕਿਲ ਜਿਵੇਂ ਇਹਨਾਂ ਨੇ ਦੱਸੀ ਹੈ, ਤੁਹਾਨੂੰ ਵੀ ਮੁਸ਼ਕਿਲ ਆਉਂਦੀ ਹੈ, ਪ੍ਰਸ਼ਾਸਨ ਤੋਂ ਮੰਗ ਕਰਦੇ ਹੋ? हाँ मतलब पहला ये मतलब पहला लिखा हुआ है 96 बंद हो गया जी, ये बिल्कुल बंद हो गया था। उसके बाद इन्होंने फिर शुरू करता, कच्ची कॉलोनी के बंदे ने कहा कि चालू कराया है। ਜਿਹੜਾ ਪਲਾਂਟ ਲੱਗਿਆ ਹੋਇਆ ਸੀ ਉਹ ਵੀ ਹੁਣ ਕਹਿੰਦੇ ਸਾਲ ਤੋਂ ਬੰਦ ਹੈ। ਉਸ ਦੇ ਬਾਬਤ ਤੁਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਲਾਂਟ ਤਾਂ ਚਾਲੂ ਕੀਤਾ ਜਾਵੇ, ਘੱਟੋ ਘੱਟ ਜਿੰਨਾ ਕੁ ਉਹ ਰਿਡਿਊਸ ਕਰੇਗਾ ਉਹਨਾਂ ਕੁ ਤਾਂ ਕਰੇ। करे जी वो चालू होना चाहिए। वो मेरे काम ये गंदा इतने नहीं गंद करना जाना चाहिए जी। ਅਸੀਂ ਬਿਮਾਰ, ਸ਼ੂਗਰ BP ਸਾਨੂੰ ਹੈਗਾ ਜੀ, ਸਾਨੂੰ ਸਾਹ ਦੀ ਬਿਮਾਰੀ ਵੀ ਹੈ। ਸਾਡੇ ਮੁੰਡੇ ਨੂੰ ਵੀ, ਬੜੇ ਮੁੰਡੇ ਨੂੰ, ਛੋਟੇ ਮੁੰਡੇ ਨੂੰ ਵੀ ਮੇਰੇ ਨੂੰ ਹੈ, ਔਰ ਕੁੜੀ ਨੂੰ ਵੀ ਮੇਰੀ ਨੂੰ ਹੈ। ਭਾਈ ਇਤਾਂ ਦੇ ਮਕਾਨ ਸਾਡੇ ਵੇਚਦੇ ਨੇ, ਸਾਨੂੰ ਜਗ੍ਹਾ ਹੋਰ ਦੇਣ ਸਾਨੂੰ। ਅੰਕਲ ਤੁਸੀਂ ਜਿਵੇਂ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਹੋ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤਾਂ ਆਪਾਂ ਪਹਿਲਾਂ ਲਿਖਤੀ ਤੌਰ ਤੇ ਮੰਗ ਪੱਤਰ ਦਿੰਦੇ ਆ, ਰੋਸ ਪ੍ਰਗਟਾਵਾ ਕਰਦੇ ਆ। ਤੁਸੀਂ ਉਹਨਾਂ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜਦ ਤੁਹਾਡੇ ਦੁਆਰਾ ਆਵਾਜ਼ ਉਠਾਈ ਜਾਂਦੀ ਹੈ ਕੀ ਪ੍ਰਤੀਕਿਰਿਆ ਹੁੰਦੀ ਹੈ ਉਹਨਾਂ ਦੁਆਰਾ, ਕਿਸੇ ਰਾਜਪਾਲ ਦੁਆਰਾ ਵੀ ਜਾਂ ਮੇਅਰ ਦੁਆਰਾ ਵੀ, ਕੀ ਤੁਹਾਨੂੰ ਆਸ਼ਵਾਸਨ ਕੀ ਦਿੰਦੇ ਨੇ? मैडम वो आश्वासन तो ये देते हैं भाई इसको हटा देंगे, इसको हटा देंगे, यहाँ पार्क बना देंगे। अब तक तो यही हो रहा है, पिछले 30 सालों से हमारे साथ यही खिलवाड़ हो रहा है। और हमने कई बार मांग भी की है कि इसको यहाँ से बदल दिया जाए, लेकिन आज तक कोई कार्रवाई नहीं हुई। यहाँ का जो इसका गंदा पानी है वो भी हमारा जो यहाँ टोल के नीचे यहाँ पानी के अंदर मिल के यहाँ लोगों को बीमारी फैला रहा है। तो हम तो यही मांग करते हैं प्रशासन से भी जल्द से जल्द इसको यहाँ से हटाया जाए और बदला जाए। ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਜਿਹੜਾ ਇੱਕ ਤਰ੍ਹਾਂ ਦੀ ਨਾਲੀ ਬਣਾਈ ਹੋਈ ਹੈ, ਉਸ ਦੇ ਨਾਲ ਜੋ ਦੀਵਾਰ ਦੇਖ ਰਹੇ ਹੋ ਤੁਸੀਂ, ਜਦ ਮੀਂਹ ਆਉਂਦਾ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਜੋ ਉਸ ਚਿੱਕੜ ਦੇ ਵਿੱਚੋਂ ਪਾਣੀ ਨਿਕਲ ਕੇ ਆਉਂਦਾ ਗੰਦਾ, ਉਹ ਉੱਥੇ ਥੱਲੇ ਆਉਂਦਾ ਤੇ ਉਸ ਤੋਂ ਬਾਅਦ ਜੇਕਰ ਮੀਂਹ ਆਉਂਦਾ ਤੇ ਉਹ ਸਾਰਾ ਪਾਣੀ ਅੱਗੇ ਘਰਾਂ ਤੱਕ ਪਹੁੰਚ ਜਾਂਦਾ ਹੈ। ਸੋ ਇਹ ਹਾਲਾਤ ਬੜੇ ਕਹਿ ਸਕਦੇ ਹਾਂ ਕਿ ਖਤਰਨਾਕ ਨੇ ਸਿਹਤ ਦੇ ਪੱਖੋਂ ਵੀ, ਕਿਉਂਕਿ ਜੇਕਰ ਪਾਣੀ ਇੰਨਾ ਗੰਦਾ ਪਾਣੀ ਘਰਾਂ ਦੇ ਵਿੱਚ ਵੜੇਗਾ ਤਾਂ ਬਿਮਾਰੀਆਂ ਬਹੁਤ ਹੀ ਖਤਰਨਾਕ ਹੋ ਸਕਦੀਆਂ ਨੇ। ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ। ਆਂਟੀ ਕਿੰਨਾ ਸਮਾਂ ਹੋ ਗਿਆ ਰਹਿੰਦਿਆਂ ਨੂੰ? 45 ਸਾਲ ਹੋ ਗਏ। ਅੱਛਾ, ਤੁਸੀਂ ਜਿਵੇਂ ਉਹਨਾਂ ਨੇ ਦੱਸਿਆ ਕਿ ਦਿੱਕਤ ਆਉਂਦੀ ਹੈ, ਤੁਸੀਂ ਇੱਥੇ ਰਹਿ ਰਹੇ ਹੋ 45 ਸਾਲਾਂ ਤੋਂ, ਪਰਿਵਾਰ ਦੇ ਨਾਲ ਰਹਿ ਰਹੇ ਹੋ, ਦਿੱਕਤ ਆਉਂਦੀ ਹੈ ਸਿਹਤ ਦੇ ਨਾਲ? ਬਹੁਤ ਜ਼ਿਆਦਾ ਜੀ ਦਿੱਕਤ ਹੈ, ਬੱਚੇ ਖੇਲ ਨਹੀਂ ਸਕਦੇ, ਬਿਮਾਰੀਆਂ, ਬੁਰਾ ਹਾਲ, ਮੱਖੀਆਂ, ਸਾਰਾ ਦਿਨ ਅੰਦਰ ਦਰਵਾਜ਼ੇ ਸਾਡੇ ਬੰਦ ਨੇ, ਦਰਵਾਜ਼ੇ ਖੋਲ੍ਹਦੇ ਮੱਖੀਆਂ ਆਉਂਦੀਆਂ ਨੇ, ਬੁਰੀ ਹਾਲਾਤ, ਨਿੱਕੇ ਨਿੱਕੇ ਬੱਚੇ ਅੰਦਰ ਵਾੜੇ ਵਿਚਾਰੇ, ਬੁਰੀ ਹਾਲਾਤ ਹੋਈ ਪਈ ਬੱਚਿਆਂ ਦੀ, ਅਲਰਜੀ, ਬਿਮਾਰੀ, ਬਹੁਤ ਬੁਰਾ ਹਾਲ ਹੈ ਇੱਥੇ ਸਾਡੇ। ਇੱਥੇ ਤਾਂ ਇੰਨਾ ਬੁਰਾ ਹਾਲ ਹੈ, ਕਿੱਥੇ ਜਾਈਏ ਘਰ ਛੱਡ ਕੇ, ਬਹੁਤ ਮੁਸ਼ਕਲ ਹੋਈ ਪਈ ਹੈ, ਬਹੁਤ ਗੰਦ ਹੈ ਇੱਥੇ ਤੇ।
ਸੁਣਦੇ ਹੀ ਨਹੀਂ ਸਾਡੀ ਤੁਸੀਂ ਸੁਣ ਸਕਦੇ ਹੋ ਕਿ ਬਹੁਤ ਦਿੱਕਤ ਹੈ। ਇਹ ਗੱਲ ਆਖੀ ਜਾ ਰਹੀ ਹੈ ਕਿ ਸਰਕਾਰ ਕੋਈ ਵੀ ਗੱਲ ਨਹੀਂ ਸੁਣ ਰਹੀ। ਨਹੀਂ ਜੀ ਕੋਈ ਨਹੀਂ ਸੁਣਦੇ, ਸਾਡੀ ਕੋਈ ਗੱਲ ਨਹੀਂ ਸੁਣ ਰਹੀ। ਨਿੱਕੇ ਨਿੱਕੇ ਬੱਚਿਆਂ ਨੂੰ ਬਿਮਾਰੀਆਂ, ਰੋਜ਼ ਦਵਾਈਆਂ, ਬੁਰੇ ਹਾਲ, ਹਸਪੀਟਲ ਲੈ ਕੇ ਤੁਰੇ ਰਹਿੰਦੇ ਆ ਬੱਚਿਆਂ ਨੂੰ। ਗਰੀਬ ਬੰਦੇ ਨੇ, ਕਿੱਥੋਂ ਦਵਾਈਆਂ ਲਈਏ, ਕਿੱਥੇ ਕੀ ਕਰੀਏ। ਬਹੁਤ ਮਜਬੂਰੀਆਂ ਹੋਈਆਂ ਪਈਆਂ ਨੇ ਇੱਥੇ ਸਾਡੇ ਤੇ। ਸੋ ਇਸ ਤੋਂ ਪਹਿਲਾਂ ਤੁਹਾਨੂੰ ਦਿਖਾ ਚੁੱਕੀ ਹੈ ਕਿ ਲੋਕ ਬਿਮਾਰ ਵੀ ਨੇ, ਤੁਹਾਨੂੰ ਪਹਿਲਾਂ ਮਿਲਵਾ ਚੁੱਕੀ ਹਾਂ ਕਿ ਜਿਨ੍ਹਾਂ ਦੀ ਇਸ ਕਰਕੇ ਇਹ ਜਿਹੇ ਹਾਲਾਤਾਂ ਕਰਕੇ ਲੋਕਾਂ ਨੂੰ ਸਾਹ ਨਾਲ ਜੁੜੀਆਂ ਬਿਮਾਰੀਆਂ ਜਾਂ ਕਹਿ ਸਕਦੇ ਜਿਹੜੇ ਕੈਂਸਰ ਦੇ ਮਰੀਜ਼ ਨੇ ਉਹਨਾਂ ਨੂੰ ਹੋਰ ਵੀ ਦਿੱਕਤ ਆਉਂਦੀ ਹੈ, ਦਮੇ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਬੱਚਿਆਂ ਦੇ ਲਈ ਬਹੁਤ ਹੀ ਖਤਰਨਾਕ ਹੈ। ਸੋ ਹੋਰ ਵੀ ਗੱਲਬਾਤ ਕਰਦੇ। ਮਾਤਾ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ? ਸਾਨੂੰ ਵੀ ਇੰਨਾ ਹੀ ਟਾਈਮ ਹੋ ਗਿਆ, 30-35 ਸਾਲ ਤਾਂ ਹੋ ਹੀ ਗਏ। ਹਾਂਜੀ ਹਾਂਜੀ। ਜਿਵੇਂ ਹੁਣ ਆਹ ਡੰਪਿੰਗ ਗਰਾਊਂਡ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਹੈ, ਕੂੜਾ ਕਰਕਟ ਇੱਥੇ ਸੁੱਟ ਦਿੱਤਾ ਜਾਂਦਾ ਹੈ। ਸਰਕਾਰ ਦੇ ਕੋਲ ਜਿਵੇਂ ਪਹੁੰਚ ਕੀਤੀ ਜਾਂਦੀ ਹੈ, ਤੁਹਾਡੇ ਦੁਆਰਾ ਮੰਗ ਕੀਤੀ ਗਈ ਹੈ ਕੋਈ? ਸਾਡੇ ਕੋਈ ਨਹੀਂ ਸੁਣਦਾ ਹੀ ਅਜੇ, ਪਤਾ ਨਹੀਂ ਕਿੰਨੇ ਕਰਾ ਗਏ, ਮੀਡੀਆ ਵਾਲੇ ਵੀ ਬਹੁਤ ਆ ਗਏ, ਪਰ ਸਾਡੀ ਕੋਈ ਨਹੀਂ ਸੁਣਦਾ ਹੀ। ਇੱਥੇ ਜਦੋਂ ਪਲਾਂਟ ਲੱਗਿਆ ਸੀ ਤਾਂ ਕਿਰਨ ਖੇਰ ਵੀ ਆਏ ਸੀ, ਰਾਜਪਾਲ ਬੀਪੀ ਸਿੰਘ ਬਦਨੌਰ ਵੀ ਆਏ ਸੀ, ਕਮਿਸ਼ਨਰ ਵੀ ਆਏ ਸੀ, ਤਾਂ ਤੁਸੀਂ ਉਦੋਂ ਵੀ ਜਾ ਕੇ ਗੱਲਬਾਤ ਕੀਤੀ ਹੋਣੀ ਹੈ। ਕੀ ਆਖਿਆ ਸੀ ਉਹਨਾਂ ਨੇ? ਕੋਈ ਨਹੀਂ, ਕੁਝ ਉਦੋਂ ਕਹਿ ਕੇ ਜਾਂਦੇ ਜੀ ਅਸੀਂ ਇਹ ਕਰ ਦੇਂਗੇ, ਉਹ ਕਰ ਦੇਂਗੇ, ਪਰ ਕੁਝ ਨਹੀਂ ਕਰਦਾ ਇਹ, ਸਾਡਾ ਕੋਈ ਸੁਣਾਈ ਨਹੀਂ ਕਰਦੇ ਜੀ। ਔਰ ਜੇ ਸਾਡੇ ਸਾਰੇ ਦੇ ਗਲਿਆਂ 'ਚ ਖੜਿਆਸ ਹੁੰਦੀ ਹੈ, ਜਦੋਂ ਅਸੀਂ ਦਵਾਈ ਲੈਣ ਜਾਂਦੇ ਕਹਿੰਦੇ ਜੀ ਤੁਹਾਨੂੰ ਕਰੋਨਾ ਹੈ, ਤੁਹਾਨੂੰ ਕਰੋਨਾ ਹੈ, ਕਰੋਨਾ ਹੀ ਬਣਾ ਲਿਆ। ਸਾਡਾ ਇੱਥੇ ਕੋਈ ਨਹੀਂ, ਜਦੋਂ ਅਸੀਂ ਕਹਿੰਦੇ ਵੀ ਸਾਡੇ ਉੱਥੇ ਦੇਖੋ ਤਾਂ ਸਹੀ ਆ ਕੇ, ਕਹਿੰਦੇ ਜੀ ਉਹ ਨਗਰ ਨਿਗਮ ਦਾ ਕੰਮ ਹੈ, ਉਹਨਾਂ ਕੋਲ ਜਾਓ, ਵੀ ਅਸੀਂ ਕੁਝ ਨਹੀਂ ਕਰ ਸਕਦੇ ਹੀ ਹੈ। ਤੇ ਜਦੋਂ ਪਾਣੀ ਆਇਆ ਸਾਡੇ ਘਰਾਂ 'ਚ ਵੜ ਗਿਆ ਕਿ ਸਾਡੇ ਬੱਚਿਆਂ ਨੇ ਕੱਸੀਆਂ ਨਾਲ ਗੰਦ ਚੱਕਿਆ, ਕਿਸੇ ਨੇ ਸਾਡੀ ਉਹ ਨਹੀਂ ਸੁਣੀ ਹੈ। ਸਾਡੇ ਬੱਚਿਆਂ ਨੇ ਆਪ ਗੰਦ ਚੱਕਿਆ ਹੈ ਕੱਸੀਆਂ ਨਾਲ ਇਕੱਠਾ ਕਰ ਕਰਕੇ ਜੀ। ਹਾਂਜੀ। ਸੋ ਹਾਲਾਤ ਦੇਖ ਸਕਦੇ ਹੋ। ਟੁੱਟੀ ਦੇਖੋ ਸਾਹਮਣੇ, ਸਾਰਾ ਪਾਣੀ ਗੰਦਾ ਉਹ ਉੱਥੇ ਤੱਕ ਗਿਆ, ਸਾਡੇ ਘਰਾਂ ਤੱਕ। ਇੰਨਾ ਗੰਦਾ ਪਾਣੀ ਤੁਸੀਂ ਸਮਝੋਗੇ ਵੀ ਪਤਾ ਨਹੀਂ ਕੀ ਸੀਗਾ ਇਲਾਜ ਉਹ। ਬਜ਼ੁਰਗਾਂ ਦੇ ਲਈ ਹੋਰ ਵੀ ਔਖਾ ਹੁੰਦਾ ਹੋਏਗਾ। ਸਾਰੇ ਲਈ ਮੈਮ, ਸਾਰੇ ਲਈ ਔਖਾ ਹੈ, ਬੱਚੇ ਬਜ਼ੁਰਗ ਵੱਡੇ ਛੋਟੇ ਸਭ ਲਈ ਔਖਾ ਹੈ ਜੀ। ਸਾਡੀ ਇਹ ਰਿਕੁਐਸਟ ਹੈ ਕਿ ਇਹਨੂੰ ਬੰਦ ਕੀਤਾ ਜਾਵੇ, ਜਾਂ ਕੋਈ ਦਾ ਹਿੱਲਾ ਕੀਤਾ ਜਾਵੇ, ਦਵਾਈ ਸਿੱਟਣ ਜਾਂ ਕੋਈ ਦੀਵਾਰ ਕਰਨ ਜਾਂ ਕੋਈ ਚਾਦਰਾਂ ਲਾਉਣ, ਕੁਝ ਵੀ ਲਾਉਣ ਕਰਨ, ਸਾਡੇ ਇੱਥੋਂ ਕਵਰ ਕਰਦੇ ਨੇ ਸਾਰਾ ਬਸ। ਸਾਡਾ ਹੋਰ ਸਾਨੂੰ ਕੋਈ ਨਹੀਂ ਹੈਗੀ ਦਿੱਕਤ। ਸੋ ਇਹ ਡੰਪਿੰਗ ਗਰਾਊਂਡ ਤੁਸੀਂ ਦੇਖ ਚੁੱਕੇ ਹੋ। ਜੋ ਪਲਾਂਟ ਲੱਗਿਆ ਹੋਇਆ ਸੀ ਇੱਥੇ ਰੀਸਾਈਕਲ ਕਰਨ ਦੇ ਲਈ, ਉਹ ਵੀ ਬੰਦ ਪਿਆ ਅਤੇ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਚੰਡੀਗੜ੍ਹ ਨੂੰ ਜਿੱਥੇ ਸਾਫ਼ ਸਿਟੀ ਆਖਿਆ ਜਾਂਦਾ ਹੈ, ਉੱਥੇ ਅਜਿਹੇ ਹਾਲਾਤ ਜਿਹੜੇ ਬਣ ਜਾਣੇ ਬਹੁਤ ਹੀ ਇੱਕ ਕਹਿ ਸਕਦੇ ਹਾਂ ਦੁੱਖ ਭਰੀ ਗੱਲ ਹੈ, ਕਿਉਂਕਿ ਇੱਥੇ ਰਿਹਾਇਸ਼ ਹੈ, ਸਾਹਮਣੇ ਡੰਪਿੰਗ ਗਰਾਊਂਡ ਹੈ ਜੋ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਲੋਕ ਬਿਮਾਰੀਆਂ ਦੇ ਨਾਲ ਬਹੁਤ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਕਿ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਡੰਪਿੰਗ ਗਰਾਊਂਡ ਦੇ ਕਰਕੇ ਜਿੱਥੇ ਹੋਰ ਬਿਮਾਰੀਆਂ ਲੋਕਾਂ ਦੇ ਵਿੱਚ ਫੈਲ ਰਹੀਆਂ, ਉੱਥੇ ਡੱਡੂ ਮਾਜਰਾ ਦੇ ਨਿਵਾਸੀ ਦੇ ਨਾਲ ਜਦ ਗੱਲਬਾਤ ਕੀਤੀ ਹੈ ਤਾਂ ਜਿਹੜੀ ਕੈਂਸਰ ਦੀ ਬਿਮਾਰੀ ਹੈ, ਜਿਸ ਨੂੰ ਬਹੁਤ ਹੀ ਭਿਆਨਕ ਬਿਮਾਰੀ ਮੰਨਿਆ ਜਾਂਦਾ, ਜਿਸ ਦਾ ਕੋਈ ਇਲਾਜ ਵੀ ਨਹੀਂ ਹੈ, ਫੇਫੜਿਆਂ ਦਾ ਕੈਂਸਰ ਬਹੁਤ ਜ਼ਿਆਦਾ ਇੱਥੇ ਜਿਹੜੇ ਕੇਸ ਨੇ ਡੱਡੂ ਮਾਜਰਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਅਤੇ ਇਹ ਅੰਦਾਜ਼ਾ ਸਾਫ਼ ਤੌਰ ਤੇ ਲਗਾਇਆ ਜਾ ਸਕਦਾ ਕਿ ਇਸ ਦਾ ਕਾਰਨ ਵੀ ਸਿੱਧੇ ਤੌਰ ਤੇ ਡੰਪਿੰਗ ਗਰਾਊਂਡ ਹੈ, ਜਿਸ ਦੇ ਵਿੱਚ ਇੰਨਾ ਜ਼ਹਿਰੀਲਾ ਕੂੜਾ ਕਰਕਟ ਹੈ, ਮੈਡੀਕਲ ਵੇਸਟ ਵੀ ਹੈ ਤੇ ਉਸ ਦੇ ਕਰਕੇ ਅਜਿਹੀਆਂ ਬਿਮਾਰੀਆਂ ਫੈਲ ਰਹੀਆਂ ਨੇ। ਇੱਕ ਬਜ਼ੁਰਗ ਮਾਤਾ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਘਰ ਦੇ ਜੀਆਂ ਨੂੰ ਇਸ ਡੰਪਿੰਗ ਗਰਾਊਂਡ ਦੇ ਕਰਕੇ, ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਅੱਜ ਖੋ ਦਿੱਤਾ ਹੈ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਮਾਤਾ ਜੀ ਕੀ ਨਾਮ ਹੈ? ਫੁੱਲਮਤੀ। ਅੱਛਾ, ਕਿੰਨੇ ਸਾਲ ਹੋ ਗਏ ਰਹਿੰਦਿਆਂ ਨੂੰ? 30-35 ਸਾਲ ਹੋ ਗਏ। ਤੁਸੀਂ ਜਿਵੇਂ ਪਹਿਲਾਂ ਦੱਸਿਆ ਕਿ ਤੁਹਾਡੇ ਪਤੀ ਅਤੇ ਜਿਹੜਾ ਪੁੱਤਰ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ, ਕੀ ਕਾਰਨ ਬਣਿਆ? बस ये कैंसर की बीमारी है, उसको मेरा देता था, वो मरा कैंसर में, जुआई था, वो चला गया, 1 साल हो गया। ਅੱਛਾ, ਦੋਤੇ ਆਪ ਤੁਹਾਡਾ ਦੋਤਾ ਸੀਗਾ? हाँ। ਅੱਛਾ, ਕੈਂਸਰ ਕਿਹੜਾ ਕੈਂਸਰ ਸੀ ਉਹਨਾਂ ਨੂੰ? ਫੇਫੜਿਆਂ ਦਾ ਕੈਂਸਰ ਸੀ? नहीं सिर में था। ਸਿਰ ਮੇਂ ਥਾ। हाँ जी। ਅੱਛਾ, ਇਲਾਜ ਤੁਸੀਂ ਕਿੰਨਾ ਸਮਾਂ ਕਰਾਇਆ ਉਹਨਾਂ ਦਾ? 3-4 साल कराया। ਅੱਛਾ, ਤੇ ਇਹ ਤੁਹਾਨੂੰ ਕੀ ਲੱਗਦਾ ਜੋ ਮੂਰੇ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਉਸ ਦੇ ਕਰਕੇ ਪਰੇਸ਼ਾਨੀਆਂ ਆ ਰਹੀਆਂ ਨੇ? जी, सांस नहीं आता बाहर निकल कर, बिल्कुल भी। अब जहाँ तो कितना जमा, रोटी रोजगार है नहीं। ਡੰਪਿੰਗ ਗਰਾਊਂਡ ਦੇ ਕਰਕੇ ਡੱਡੂ ਮਾਜਰੇ ਦੇ ਲੋਕਾਂ ਨੂੰ ਜਿੰਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਸ ਦੀ ਆਵਾਜ਼ ਪ੍ਰਸ਼ਾਸਨ ਦੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਮਿਊਨਿਸਪਲ ਕਾਰਪੋਰੇਸ਼ਨ ਅਤੇ ਚੰਡੀਗੜ੍ਹ ਦੇ ਜਿਹੜਾ ਪ੍ਰਸ਼ਾਸਨ ਹੈ ਉਸ ਨੂੰ ਇਸ ਗੱਲਬਾਤ ਦੇ ਵੱਲ, ਇਸ ਮੁੱਦੇ ਦੇ ਵੱਲ ਖਾਸ ਤੌਰ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਚੰਡੀਗੜ੍ਹ ਦੇ ਡਿਪਟੀ ਮੇਅਰ ਅਤੇ ਡੱਡੂ ਮਾਜਰੇ ਦੇ ਜਿਹੜੇ ਕਾਉਂਸਲਰ ਨੇ ਸ਼੍ਰੀਮਤੀ ਫਰਮਿਲਾ, ਉਹ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਇਸ ਮੁੱਦੇ ਤੇ ਸਰਕਾਰ ਦੁਆਰਾ ਕਿਹੋ ਜਿਹੇ ਕਦਮ ਪੁੱਟੇ ਜਾ ਰਹੇ ਨੇ, ਕਿਉਂਕਿ ਇਹ ਮੁੱਦਾ ਬਹੁਤ ਜਲਦੀ ਤੋਂ ਜਲਦੀ ਹੱਲ ਕਰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਮੈਮ ਸਵਾਗਤ ਕਰਦੇ ਹਾਂ ਜੀ। ਤੁਸੀਂ ਇਹ ਜਿਹੜਾ ਮੁੱਦਾ ਹੈ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਲੋਕ ਜਿਹੜੇ ਡੱਡੂ ਮਾਜਰਾ ਦੇ ਨੇ ਉਹਨਾਂ ਦਾ ਆਖਣਾ ਕਿ ਅਸੀਂ ਪ੍ਰਸ਼ਾਸਨ ਦੇ ਕੋਲ ਬਹੁਤ ਵਾਰ ਅਪੀਲਾਂ ਕਰ ਚੁੱਕੇ ਹਾਂ, ਕਿ ਤੁਹਾਡੇ ਕੋਲ ਲੋਕ ਆਏ ਨੇ ਇਹ ਮੁੱਦਾ ਲੈ ਕੇ?
ਮੇਰੇ ਕੋਲ ਲੋਕ ਜਦ ਸਮੱਸਿਆਵਾਂ ਲੈ ਕੇ ਆਏ ਨੇ, ਮੁੱਦਾ ਕੋਈ ਨਹੀਂ ਵੀ ਅੱਜ ਉੱਥੇ ਕੂੜਾ ਪਿਆ ਹੈ, ਸਾਡੇ ਘਰ ਕੋਲ ਕੂੜਾ ਪਿਆ ਹੈ, ਉਹ ਚੁਕਵਾ ਦਿਓ, ਉਹ ਚੁਕਵਾ ਦਿੰਦੇ ਆ। ਜਾਂ ਪਾਣੀ ਆ ਗਿਆ ਸੀ, ਹੁਣੇ ਦੀਵਾਰ ਟੁੱਟ ਗਈ ਸੀ ਬਾਰਿਸ਼ ਦੇ ਕਰਕੇ, ਉਹ ਦੀਵਾਰ ਅਸੀਂ ਹੁਣੇ ਬਣਵਾਈ ਹੈ 15 ਫੁੱਟ ਦੀ ਦੀਵਾਰ। ਉਹ ਕਹਿ ਰਹੇ ਸੀ ਕਿ ਇੱਧਰੋਂ ਮਿੱਟੀ ਵੀ ਉੱਡ ਕੇ ਆਉਂਦੀ ਹੈ ਔਰ ਬਾਰਿਸ਼ ਦਾ ਪਾਣੀ ਵੀ ਲੀਕ ਹੋ ਰਿਹਾ ਸੀ ਦੀਵਾਰ ਦੇ ਵਿੱਚੋਂ, ਜੋ ਕਿ ਘਰਾਂ ਵਿੱਚ ਜਾ ਰਿਹਾ ਸੀ। ਅਸੀਂ ਉਹ ਦੀਵਾਰ ਵੀ ਦੁਬਾਰਾ ਪੁੱਟ ਕੇ ਬਣਵਾ ਦਿੱਤੀ ਹੈ। ਅਸੀਂ ਮਾਈਨਿੰਗ ਪਲਾਂਟ ਲਗਾਇਆ ਜੋ ਕਿ ਕੂੜੇ ਦੇ ਢੇਰ ਨੂੰ ਮਿੱਟੀ ਬਣਾ ਰਿਹਾ, ਰਾਖ ਬਣਾ ਰਿਹਾ, ਅਤੇ ਉਸ ਨੂੰ ਜਿੱਥੇ ਵੀ ਉਹਦੀ ਜ਼ਰੂਰਤ ਹੈ ਉੱਥੇ ਉਹ ਪਹੁੰਚਾਇਆ ਵੀ ਜਾ ਰਿਹਾ, ਜੋ ਵੀ ਉਸ ਦੀ ਡਿਮਾਂਡ ਕਰਦਾ ਹੈ। ਮੈਮ ਤੁਸੀਂ ਗੱਲ ਕੀਤੀ ਹੈ ਕਿ ਮਾਈਨਿੰਗ ਪਲਾਂਟ ਲਗਾਇਆ, ਪਰ ਉਹ ਮਾਈਨਿੰਗ ਪਲਾਂਟ ਹੁਣ ਬੰਦ ਪਿਆ ਤੇ ਲੋਕਾਂ ਦਾ ਕਹਿਣਾ, ਜੋ ਲੋਕ ਕਹਿ ਰਹੇ ਨੇ ਕਿ ਪਿਛਲੇ ਕਰੀਬ 1 ਸਾਲ ਤੋਂ ਮਾਈਨਿੰਗ ਪਲਾਂਟ ਬੰਦ ਪਿਆ, ਉੱਥੇ ਕੰਮ ਨਹੀਂ ਹੋ ਰਿਹਾ। ਜਿਸ ਹਿਸਾਬ ਦੇ ਨਾਲ ਉੱਥੇ ਕੂੜੇ ਦਾ ਪਰਬਤ ਦੇਖਣ ਨੂੰ ਮਿਲ ਰਿਹਾ, ਹੁਣ ਲੋਕਾਂ ਦੇ ਜਮ੍ਹਾਂ ਘਰ ਦੇ ਬਿਲਕੁਲ ਸਾਹਮਣੇ ਛੋਟੀ ਜਿਹੀ ਬਾਉਂਡਰੀ ਹੈ ਅਤੇ ਇੱਕ ਪਾਸੇ ਪੂਰਾ ਜਿਹੜਾ ਕੂੜੇ ਦਾ ਢੇਰ ਹੈ, ਪਰਬਤ ਤੋਂ ਇਲਾਵਾ ਜਿਹੜੇ ਲੋਕ ਉੱਥੇ ਸਿੱਟ ਕੇ ਜਾ ਰਹੇ ਨੇ ਕੂੜਾ ਕਰਕਟ। ਲੋਕਾਂ ਦਾ ਇਹ ਵੀ ਕਹਿਣਾ ਕਿ ਜੇ ਸੁੱਟਣਾ ਹੈ ਤਾਂ ਉਹ ਉੱਪਰ ਜਿਹੜਾ ਪਹਿਲਾਂ ਬਣਿਆ ਹੋਇਆ ਉੱਥੇ ਜਾ ਕੇ ਸਿੱਟ ਦੇਣ, ਜਮ੍ਹਾਂ ਘਰ ਦੇ ਮੂਹਰੇ ਉਹ ਸੁੱਟ ਰਹੇ ਨੇ। ਤੁਹਾਡੇ ਕੋਲ ਇਹ ਮੁੱਦਾ ਜ਼ਰੂਰ ਪਹੁੰਚਿਆ ਹੋਵੇਗਾ, ਜਿਹੜੇ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਵੀ ਬਾਰਿਸ਼ ਦੇ ਕਰਕੇ ਉੱਥੋਂ ਪਾਣੀ ਨਿਕਲ ਕੇ ਆਉਂਦਾ, ਜੋ ਬਹੁਤ ਹੀ ਗੰਦਾ ਪਾਣੀ ਹੈ। ਸੋ ਇਹ ਮੁੱਦਾ ਤਾਂ ਬਹੁਤ ਜ਼ਰੂਰੀ ਹੈ। ਤੁਸੀਂ ਆਖਿਆ ਕਿ ਤੁਹਾਡੀ ਸਰਕਾਰ ਹੁਣ ਆਈ ਹੈ, ਪਰ ਇਹਨਾਂ ਸਾਲਾਂ ਦੇ ਵਿੱਚ ਵੀ 10 ਸਾਲ ਜਾਂ 4 ਸਾਲ ਵੀ ਕਾਫੀ ਹੁੰਦੇ ਨੇ, ਤਾਂ ਮਾਈਨਿੰਗ ਪਲਾਂਟ ਵੀ ਹੁਣ ਤਾਂ ਬੰਦ ਪਿਆ। ਨਹੀਂ, ਮਾਈਨਿੰਗ ਪਲਾਂਟ ਬੰਦ ਨਹੀਂ। ਮੈਂ ਕੁਝ ਦਿਨ ਪਹਿਲਾਂ ਜਾ ਕੇ ਆਈ ਹਾਂ, ਮਾਈਨਿੰਗ ਪਲਾਂਟ ਬਿਲਕੁਲ ਚੱਲ ਰਿਹਾ। ਕੀ ਤੁਸੀਂ ਉੱਥੇ ਗਏ ਸੀ, ਦੇਖ ਕੇ ਆਏ ਹੋ ਮਾਈਨਿੰਗ ਪਲਾਂਟ ਨੂੰ? ਅਸੀਂ ਦੇਖ ਕੇ ਆਏ ਹਾਂ, ਅੱਜ ਬੰਦ ਪਿਆ। ਅੱਜ ਬੰਦ ਹੋਏਗਾ ਉਹ ਕਿਸੇ ਕਾਰਨ, ਜਦੋਂ ਬਾਰਿਸ਼ ਆਉਂਦੀ ਹੈ ਨਾ ਤਾਂ ਉਹ ਮਾਈਨਿੰਗ ਪਲਾਂਟ ਨਹੀਂ ਚਲਾਉਂਦੇ, ਜਾਂ ਕਿਸੇ ਕੋਈ ਹੋਰ ਕੋਈ ਟੈਕਨੀਕਲ ਪ੍ਰੋਬਲਮ ਹੋਏਗੀ। ਨਹੀਂ, ਉਹ ਡੇਲੀ ਚੱਲਦਾ। ਮੈਂ ਰੋਜ਼ ਹਫਤੇ ਵਿੱਚ 10 ਦਿਨ 'ਚ ਉਹਨੂੰ ਦੇਖ ਕੇ ਆਉਂਦੀ ਹਾਂ, ਉਹ ਚੱਲਦਾ ਹੈ ਮਾਈਨਿੰਗ ਪਲਾਂਟ। ਔਰ ਜੋ RDF ਨਿਕਲ ਰਿਹਾ ਉਹ ਵੀ ਇੱਕ ਸਾਈਡ ਨੂੰ ਮਿੱਟੀ ਬਣਾ ਕੇ ਪਿਆ ਹੋਏਗਾ ਢੇਰ, ਤੁਸੀਂ ਦੇਖਿਆ ਜਦੋਂ ਚੱਲਦਾ ਹੈ। ਜਦੀ ਤਾਂ ਉਹ ਮਿੱਟੀ ਦੇ ਢੇਰ ਲੱਗੇ ਨੇ, ਉਹਨਾਂ ਨੇ ਬਣਾਏ ਨੇ, ਉਹਨਾਂ ਨੇ ਉਹ ਕੰਮ ਕਰ ਰਹੇ ਨੇ 2-3 ਸਾਲ ਤੋਂ, ਬੜਾ ਅੱਛਾ ਕੰਮ ਹੋ ਰਿਹਾ ਹੈ। ਅਤੇ ਅਸੀਂ ਨਾ ਜਲਦੀ ਇੱਕ ਬਹੁਤ ਅੱਛਾ ਪਲਾਂਟ ਦੇਖ ਕੇ ਆਏ, ਦਿੱਲੀ ਵਿੱਚ ਵੀ ਅਤੇ ਬੰਬੇ ਵਿੱਚ ਵੀ ਦੇਖਿਆ ਸੀ। ਹੁਣ ਅੰਬਾਲੇ ਵੀ ਗਏ ਸੀ, ਸਾਡੇ ਮੇਅਰ ਸਾਹਿਬ ਦੀ ਟੀਮ ਪੂਰੀ, ਔਰ ਸਾਡੇ ਐਡਵਾਈਜ਼ਰ ਸਾਹਿਬ ਨੇ ਵੀ ਦੌਰਾ ਕੀਤਾ ਕੱਲ੍ਹ ਡੰਪਿੰਗ ਗਰਾਊਂਡ ਦਾ। ਅਤੇ ਉਹ ਸਮੱਸਿਆ ਮੇਰੇ ਖਿਆਲ 'ਚ ਜਲਦੀ ਹੀ 1-2 ਸਾਲ ਦੇ ਵਿੱਚ ਉਹ ਹੱਲ ਹੋ ਜੇ, ਕਿਉਂਕਿ ਇਹ ਛੋਟੀ ਸਮੱਸਿਆ ਨਹੀਂ। ਅਸੀਂ ਛੋਟੇ ਪਲਾਂਟ ਬਥੇਰੇ ਲਾ ਕੇ ਦੇਖ ਲਏ ਨੇ, ਪਰ ਸਾਨੂੰ ਲੱਗਦਾ ਕਿ ਇਹ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ। ਅਤੇ ਮਤਲਬ ਕੁਛ ਹੱਦ ਤੱਕ ਸੋਲਵ ਵੀ ਹੋਈ ਹੈ, ਕਿਉਂਕਿ ਅਸੀਂ ਲੋਕਾਂ ਦੀ ਪਹਿਲਾਂ ਤਾਂ ਇਹ ਗਿੱਲਾ ਸੁੱਕਾ ਕੂੜਾ ਸੀ, ਉਹ ਸਾਰਾ ਇੱਕ ਪਾਸੇ ਹੀ ਗਿਰ ਰਿਹਾ ਸੀ ਘਰਾਂ ਦੇ ਵੱਲ। ਅਸੀਂ ਜਿਹੜਾ ਗਿੱਲਾ ਕੂੜਾ, ਉਹਦੀ ਇੱਕ ਜਿਹੜਾ ਪਲਾਂਟ ਗਾਰਬੇਜ ਪਲਾਂਟ ਸਾਡੇ ਚੱਲ ਰਿਹਾ, ਗਿੱਲਾ ਕੂੜਾ ਉੱਧਰ ਜਾ ਰਿਹਾ, ਤਾਂ ਕਿ ਗਿੱਲੇ ਕੂੜੇ ਦੀ ਬਦਬੂ ਜ਼ਿਆਦਾ ਹੁੰਦੀ ਹੈ, ਸੁੱਕੇ ਕੂੜੇ 'ਚ ਕੋਈ ਸਮੈਲ ਨਹੀਂ ਹੁੰਦੀ। ਅਤੇ ਸੁੱਕਾ ਕੂੜਾ ਜੋ ਉਹ ਡੰਪਿੰਗ ਗਰਾਊਂਡ 'ਤੇ ਸੁੱਟਿਆ ਜਾਂਦਾ ਹੈ। ਅਤੇ ਅਸੀਂ ਉੱਥੇ ਇੱਕ ਵੱਡੀ ਮਸ਼ੀਨ ਹੁਣੇ ਮੇਅਰ ਸਾਹਿਬ ਦੀ ਅਤੇ ਪਾਰਟੀ ਦੀ ਕੋਸ਼ਿਸ਼ਾਂ ਨਾਲ ਅਤੇ ਪ੍ਰਸ਼ਾਸਨ ਦੀ ਕੋਸ਼ਿਸ਼ਾਂ ਨਾਲ ਉੱਥੇ ਲੱਗਣ ਜਾ ਰਿਹਾ, ਅਤੇ ਜਲਦੀ ਸਮੱਸਿਆ ਹੱਲ ਹੋ ਜਾਏਗੀ। ਸਾਨੂੰ ਜੋ ਕਾਂਗਰਸ ਪਾਰਟੀ ਨੇ ਪਹਿਲਾਂ ਜੋ ਦਿੱਤਾ ਸੀ ਇਹ ਬਣਾ ਕੇ, ਇਹ ਉਹਨਾਂ ਨੇ ਤਾਂ 30 ਸਾਲ ਦਾ MOU, ਅਸੀਂ ਕੋਰਟ ਵਿੱਚ ਜਾ ਕੇ ਇਹਦਾ ਮਸਲਾ ਹੱਲ, ਉਹਨਾਂ ਨੇ ਤਾਂ ਕੋਈ ਰਸਤਾ ਹੀ ਨਹੀਂ ਛੱਡਿਆ ਸੀ ਕਿ ਅਸੀਂ ਇਹਨੂੰ ਟੇਕ ਓਵਰ ਕਿਵੇਂ ਕਰੀਏ। ਹੁਣ ਇਹ ਇਸ ਸਾਲ ਤੋਂ ਅਸੀਂ ਪਿਛਲੇ ਸਾਲ ਤੋਂ ਅਸੀਂ ਸਾਡੇ ਮੇਅਰ ਰਾਜਬਾਲਾ ਰਹੇ ਸੀ, ਉਦੋਂ ਤੋਂ ਅਸੀਂ ਇਹਨੂੰ ਟੇਕ ਓਵਰ ਕਰ ਲਿਆ। ਤੁਸੀਂ ਗੱਲ ਕੀਤੀ ਹੈ ਸਮੈਲ ਦੀ, ਉੱਥੇ ਅਸੀਂ ਅੱਜ ਜਾ ਕੇ ਆਏ ਹਾਂ ਅਤੇ ਉੱਥੇ ਜਿਸੇ ਤੁਸੀਂ ਸੁੱਕੇ ਕੂੜੇ ਦੀ ਗੱਲ ਕਰ ਰਹੇ ਹੋ, ਬਹੁਤ ਜ਼ਿਆਦਾ ਸਮੈਲ ਆਉਂਦੀ ਹੈ, ਉੱਥੇ ਖੜਿਆ ਨਹੀਂ ਜਾ ਸਕਦਾ, ਬੱਚੇ ਛੋਟੇ ਰਹਿੰਦੇ ਨੇ। ਅਤੇ ਤੁਸੀਂ ਉਸ ਮੁੱਦੇ ਨੂੰ, ਕਿਉਂਕਿ ਉਸ ਜਮ੍ਹਾਂ ਸਾਹਮਣੇ ਘਰਾਂ ਦੇ ਸਾਹਮਣੇ ਸੁੱਟਿਆ ਗਿਆ, ਸਗੋਂ ਲੋਕਾਂ ਦਾ ਤਾਂ ਇਹ ਕਹਿਣਾ ਕਿ ਪਹਿਲਾਂ ਸਗੋਂ ਉੱਪਰ ਸਿੱਟਦੇ ਸੀ, ਹੁਣ ਜਮ੍ਹਾਂ ਘਰ ਦੇ ਸਾਹਮਣੇ ਜਿਹੜਾ ਕੂੜੇ ਵਾਲੀ ਗੱਡੀਆਂ ਆਉਂਦੀਆਂ ਨੇ ਤਾਂ ਉੱਥੇ ਸੁੱਟ ਜਾਂਦੀਆਂ ਨੇ। ਉਹ ਤੁਸੀਂ ਉੱਥੇ ਦੌਰਾ ਕਰਨ ਗਏ ਹੋ? ਮੈਂ ਦੌਰਾ ਕਰਨ ਗਈ ਹਾਂ, ਉਦੋਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਜੋ ਲਿਫਾਫੇ ਉੱਡ ਕੇ ਸਾਡੇ ਘਰ ਵਿੱਚ ਆ ਰਹੇ ਨੇ ਜੋ ਕੂੜੇ ਦੇ, ਜਦ ਮੈਂ ਗਈ ਸੀ ਉਹਨਾਂ ਨੇ ਮੈਨੂੰ ਬੁਲਾਇਆ ਸੀ। ਜੁਆਇੰਟ ਐਕਸ਼ਨ ਕਮੇਟੀ ਹੈਗੀ ਹੈ ਇੱਕ ਡੱਡੂ ਮਾਜਰਾ, ਉਸ ਕਮੇਟੀ ਨੇ ਮੈਨੂੰ ਬੁਲਾਇਆ ਸੀ, ਮੈਂ ਦੌਰਾ ਕੀਤਾ ਸੀ। ਅਤੇ ਜੋ ਕੂੜਾ ਉਹ ਕਹਿ ਰਹੇ ਸੀ ਕਿ ਦੀਵਾਰ ਦੇ ਨਾਲ ਗਿਰ ਰਿਹਾ, ਇਹਨੂੰ ਹਟਾ ਦਿਓ, ਅਸੀਂ ਉਸੇ ਟਾਈਮ ਜਾ ਕੇ ਹਟਵਾ। ਉਹ ਅੱਜ ਵੀ ਉੱਥੇ ਕੂੜਾ ਹੈ? ਉਹ ਤਾਂ ਮੈਂ ਦੇਖ ਲਾਂਗੀ ਜਾ ਕੇ, ਮੈਂ ਅੱਜ ਦੌਰਾ ਵੀ ਕਰਾਂਗੀ, ਪਤਾ ਕਰ ਲਾਂਗੀ ਵੀ ਕਿਉਂ ਸੁੱਟ ਰਹੇ ਨੇ ਉੱਥੇ ਦੀਵਾਰ ਦੇ ਨਾਲ। ਪਰ ਜਿਹੜੀ ਦੀਵਾਰ ਤੁਸੀਂ ਕਹਿ ਰਹੇ ਹੋ ਉੱਧਰ ਨਹੀਂ ਸੁੱਟ ਰਹੇ ਸੀ, ਉਹ ਇੱਧਰ ਜਿਹੜੀ ਮਾਰਕੀਟ ਵੱਲ ਨੂੰ ਦੀਵਾਰ ਆ, ਉਸ ਦੀਵਾਰ ਦੇ ਨਾਲ ਕੂੜਾ ਸੁੱਟਿਆ, ਜਿਹੜੀ ਉੱਥੋਂ ਅਸੀਂ ਸਫਾਈ ਕਰਾ ਕੇ ਚਕਾਤਾ ਸੀ ਉਸੇ ਟਾਈਮ ਜਦੋਂ ਜੁਆਇੰਟ ਐਕਸ਼ਨ ਕਮੇਟੀ ਦੇ ਲੋਕ ਮੇਰੇ ਕੋਲ ਆਏ। ਹੁਣ ਵੀ ਅਸੀਂ ਕੋਈ ਉਪਰਾਲਾ ਉਹਦਾ ਜ਼ਰੂਰ ਕਰਾਂਗੇ ਕਿ ਉੱਥੇ ਕੂੜਾ ਨਾ ਸੁੱਟਿਆ ਜਾਵੇ। ਤੁਸੀਂ ਕਾਉਂਸਲਰ ਵੀ ਹੋ, ਤੁਹਾਡਾ ਫਰਜ਼ ਹੈ ਕਿ ਤੁਸੀਂ ਉਹਨਾਂ ਦੇ ਗੱਲਾਂ ਬਾਤਾਂ ਨੂੰ ਅੱਗੇ ਤੱਕ ਪਹੁੰਚਾਓ। ਅਤੇ ਜੋ ਹੁਣ ਡੰਪਿੰਗ ਗਰਾਊਂਡ, ਜਿਵੇਂ ਮੈਂ ਪਹਿਲਾਂ ਵੀ ਪੁੱਛਿਆ ਕਿ ਰਿਹਾਇਸ਼ੀ ਏਰੀਆ ਦੇ ਸਾਹਮਣੇ ਹੋਣਾ ਹੀ ਨਹੀਂ ਚਾਹੀਦਾ, ਕਿ ਇਹ ਤੁਸੀਂ ਗੱਲਬਾਤ ਅੱਗੇ ਪ੍ਰਸ਼ਾਸਨ ਦੇ ਨਾਲ, ਅੱਗੇ ਕਮਿਸ਼ਨਰ ਦੇ ਨਾਲ ਨਹੀਂ ਕਰਦੇ ਕਿ ਉੱਥੇ ਡੰਪਿੰਗ ਗਰਾਊਂਡ ਨਹੀਂ ਹੋਣਾ ਚਾਹੀਦਾ, ਕਿਉਂਕਿ ਰਿਹਾਇਸ਼ੀ ਏਰੀਆ ਬਿਲਕੁਲ ਸਾਹਮਣੇ ਲੋਕ ਰਹਿੰਦੇ ਨੇ? ਮੈਂ ਇਹ ਗੱਲ ਬਹੁਤ ਵਾਰ ਚੁੱਕੀ ਹੈ, ਜਦ ਦੀ ਮੈਂ ਹਾਊਸ 'ਚ ਆਈ ਹਾਂ ਕਾਉਂਸਲਰ ਬਣ ਕੇ। ਮੇਰਾ ਪਹਿਲਾ ਲੈਟਰ ਜੋ ਲਿਖਿਆ ਸੀ ਮੈਂ ਪ੍ਰਸ਼ਾਸਨ ਨੂੰ, ਮੇਅਰ ਨੂੰ, ਡਿਪਟੀ ਮੇਅਰ ਨੂੰ ਜੋ ਪਹਿਲੇ ਦੇ ਸੀ, ਅਤੇ ਸਾਡੇ ਜੋ MP ਮੈਡਮ ਹੈ, ਇਹਨਾਂ ਨੂੰ
ਮੈਂ ਲੈਟਰ ਇਹ ਹੀ ਲਿਖਿਆ ਸੀ ਕਿ ਉੱਥੋਂ ਡੰਪਿੰਗ ਗਰਾਊਂਡ ਹਟਾਇਆ ਜਾਵੇ ਤੇ ਉੱਥੋਂ ਦੇ ਲੋਕਾਂ ਦੀ ਮੈਂ ਨਾਲ ਹੈ। ਮੈਂ ਵੀ ਉੱਥੇ ਦੀ ਨਿਵਾਸੀ ਹਾਂ, ਰਹਿਣ ਵਾਲੀ, ਤੇ ਅਸੀਂ ਮੇਰੇ ਹਸਬੈਂਡ ਦੀ ਪੈਦਾਇਸ਼ ਉੱਥੇ, ਮੇਰਾ ਸਸੁਰਾਲ ਉੱਥੇ, ਸਾਡੇ ਸਾਰੇ ਰਿਸ਼ਤੇਦਾਰ ਉੱਥੇ ਰਹਿੰਦੇ ਨੇ, ਸਾਰੇ ਅਸੀਂ ਸਫ਼ਰ ਕਰ ਰਹੇ ਹਾਂ। ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ। ਮੈਂ ਹਰ ਵਾਰ ਆਵਾਜ਼ ਉਠਾਈ ਹੈ ਇਸ ਬਾਰੇ, ਪਰ ਉਸ ਨੂੰ ਲੈ ਕੇ ਜੋ ਮਸ਼ੀਨਾਂ ਫੇਰ ਹੀ ਤਾਂ ਲਾਈਆਂ ਗਈਆਂ। ਮੈਡਮ ਨੇ ਮਸ਼ੀਨ ਲਾਈ ਹੈ ਜਿਹੜੀ, ਉਹ ਕਹਿੰਦੇ ਕਿ ਮਸ਼ੀਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਮਸ਼ੀਨਾਂ ਇੱਦਾਂ ਦੀਆਂ ਨੇ ਜੋ ਕਿ ਇਹਨਾਂ ਨੂੰ ਰਾਖ ਬਣਾ ਦੇਣਗੀਆਂ, ਇਹ ਖੇਡ ਦਾ ਮੈਦਾਨ ਬਣ ਜਾਏਗਾ, ਇੱਧਰੋਂ ਹੀ ਹਟ ਜਾਏਗਾ ਆਪਣੇ ਆਪ ਹੀ। ਜਦੋਂ ਇਹ ਰਾਖ ਹੀ ਕੂੜਾ ਬਣ ਗਿਆ ਫਿਰ ਤਾਂ ਇੱਥੇ ਕੋਈ ਗੱਲ ਹੀ ਨਹੀਂ ਹੈ। ਇਸ ਤਰ੍ਹਾਂ ਦੀ ਪ੍ਰੋਜੈਕਟ ਲਿਆਏ ਜਾਣਗੇ। ਇਹ ਸਾਡੇ ਗਵਰਨਰ ਸਾਹਿਬ ਦਾ ਕਹਿਣਾ ਸੀ, ਇਹੀ ਸਾਡੀ ਮੈਡਮ ਦਾ ਤੇ ਸਾਡੇ ਮੇਅਰ ਸਾਹਿਬ ਦਾ ਵੀ ਇਹ ਕਹਿਣਾ ਕਿ ਇੱਦਾਂ ਦੇ ਪ੍ਰੋਜੈਕਟ ਲਾਏ ਜਾਣਗੇ ਜੋ ਪਿਛਲੇ ਕੂੜੇ ਨੂੰ ਵੀ ਪ੍ਰੋਸੈਸ ਕਰਕੇ ਰਾਖ ਬਣਾ ਦੇਣਗੇ। ਤੇ ਕੋਈ ਵੀ ਸਰਕਾਰ ਜਾਂ ਕੋਈ ਵੀ ਜੋ ਮੌਜੂਦਾ ਕੌਂਸਲਰ ਹੈ ਜਾਂ ਕੋਈ ਆਪਣਾ ਕੋਈ ਮਾੜਾ ਤਾਂ ਕੰਮ ਕਰਕੇ ਨਹੀਂ ਜਾਂਦਾ, ਉਹਦਾ ਵੀ ਦਿਲ ਕਰਦਾ ਕਿ ਮੈਂ ਬਹੁਤ ਅੱਛਾ ਕਰ ਦੇਵਾਂ। ਮੈਮ ਕੀ ਆਖਦੇ ਹੋ ਕਿ ਇਹ ਜਿਹੜੀ ਸਮੱਸਿਆ ਤੁਸੀਂ ਜਿਵੇਂ ਆਖਿਆ ਕਿ ਨਵਾਂ ਪਲਾਂਟ ਲਗਾਇਆ ਜਾਵੇਗਾ, ਨਵੀਂ ਮਸ਼ੀਨ ਲਿਆਂਦੀ ਜਾਵੇਗੀ, ਕਿੰਨਾ ਸਮਾਂ ਕਹਿੰਦੇ ਹੋ ਕਿ ਹਾਂ ਇੰਨੇ ਸਮੇਂ ਬਾਅਦ ਇਹ ਮਸਲਾ ਹੱਲ ਹੋ ਜਾਵੇਗਾ, ਜਾਂ ਜਿਹੜੀ ਕੂੜੇ ਦੀ ਜਿਹੜੀ ਉੱਥੇ ਮਾਤਰਾ ਹੈ ਉਹ ਘਟਣੀ ਸ਼ੁਰੂ ਹੋ ਜਾਵੇਗੀ, ਪਿੱਛੇ ਹਟਾਇਆ ਜਾਵੇਗਾ? ਤੇ ਜਿਹੜਾ ਉਹ ਮੂਹਰੇ ਕੂੜਾ ਪਿਆ ਹੈ ਉਸ ਦੇ ਬਾਬਤ ਤੁਸੀਂ ਹੁਣ ਕੀ ਸਟੈਪ ਚੁੱਕੋਗੇ, ਕਿਉਂਕਿ ਉਹ ਬਹੁਤ ਜ਼ਰੂਰੀ ਹੈ, ਬਿਲਕੁਲ ਘਰਾਂ ਦੇ ਮੂਹਰੇ ਕੂੜਾ ਸੁੱਟਿਆ ਗਿਆ? ਉਹਨੂੰ ਮੈਂ ਦੇਖਾਂਗੀ ਅੱਜ ਜਾ ਕੇ, ਤੇ ਮੈਂ ਹੁਣੇ ਸਾਡੇ MOH ਦੇ ਡਾਕਟਰ ਨੇ ਜੋ ਕਿ ਉਸ ਦੀ ਦੇਖ ਰੇਖ ਉਹਨਾਂ ਦੇ ਅੰਡਰ ਹੈ, ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਜਾ ਕੇ ਵੀ ਉਹ ਸਰਕਾਰੀ ਤੌਰ 'ਤੇ ਉਹ ਇਸ ਲਈ ਜ਼ਿੰਮੇਵਾਰ ਨੇ, ਕਿਉਂਕਿ ਅਸੀਂ ਤਾਂ ਉਹਨਾਂ ਨੂੰ ਫ਼ੋਨ ਕਰਨਾ ਹੁੰਦਾ ਜੀ ਚੱਕ ਦਿਓ, ਨਾਲ ਦੀ ਨਾਲ ਉਹ ਚੱਕ ਵੀ ਦਿੰਦੇ, ਐਸੀ ਗੱਲ ਨਹੀਂ ਹੈ। ਪਰ ਇਹ ਸਮੱਸਿਆ ਲੈ ਕੇ ਲੋਕ ਮੇਰੇ ਕੋਲ ਆਏ ਨਹੀਂ, ਤੇ ਮੈਂ ਦੌਰਾ ਕੀਤਾ, ਉਸ ਟਾਈਮ ਕੂੜਾ ਹੈ ਨਹੀਂ ਸੀ। ਕੂੜੇ ਦੀ ਇੱਕ ਰੇਹੜੀ ਵੀ ਸੁੱਟ ਦਿਓ ਤਾਂ ਕੂੜਾ ਬਹੁਤ ਸਾਰਾ ਦਿਖਦਾ ਹੈ। ਕੂੜੇ ਦੀ ਤਾਂ ਇਹ ਸਮੱਸਿਆ, ਜੇ ਕਿਸੇ ਨੇ 1-2 ਰੇਹੜੀ ਸੁੱਟਤਾ ਹੋਏਗਾ ਇੱਕ ਦਿਨ 'ਚ, ਉਹ ਸਾਨੂੰ ਪਤਾ ਨਹੀਂ ਲੱਗਦਾ। ਕਈ ਵਾਰੀ ਜਦ ਵੀ ਸਾਡੇ ਕੋਲ ਪਬਲਿਕ ਆਈ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਇਸ ਬਾਰੇ ਜੋ ਪ੍ਰੋਜੈਕਟ ਲੱਗੇਗਾ ਉਸ ਬਾਰੇ ਮੇਅਰ ਸਾਹਿਬ ਤੋਂ ਗੱਲ ਕਰ ਸਕਦੇ ਹੋ, ਸਾਡੇ ਨਵੇਂ ਐਡਵਾਈਜ਼ਰ ਸਾਹਿਬ ਆਏ ਨੇ, ਗਵਰਨਰ ਸਾਹਿਬ ਤੋਂ ਵੀ ਗੱਲ ਕਰ ਸਕਦੇ ਹੋ ਇਸ ਬਾਰੇ ਵੀ ਉਹ ਕਦ ਤੱਕ ਲੱਗੇਗਾ, ਕਿਉਂਕਿ ਹਾਲੇ ਇਸ ਮਹੀਨੇ ਅਸੀਂ ਦੌਰੇ 'ਤੇ ਜਾ ਰਹੇ ਹਾਂ ਅਤੇ ਉਹਨਾਂ ਦਾ ਕਹਿਣਾ ਸੀ ਕਿ ਛੇਤੀ ਇਹ ਪ੍ਰੋਜੈਕਟ ਲਾ ਦਿੱਤਾ ਜਾਏਗਾ। ਕਿਉਂਕਿ ਮੈਂ ਉਹਨਾਂ ਨੂੰ ਹਰ ਹਾਊਸ ਵਿੱਚ ਉਹ ਕਿਹੜਾ ਹਾਊਸ ਹੈ ਵੀ ਮੈਂ ਇਹ ਕੁਐਸਚਨ ਨਾ ਚੁੱਕਿਆ ਹੋਵੇ ਕਿ ਉਹ ਕਦੋਂ ਹਟੇਗਾ, ਉਹ ਕਦੋਂ ਸਾਫ਼ ਹੋਏਗਾ। ਕਿਉਂਕਿ ਮੈਂ ਵੀ, ਤੁਸੀਂ ਤਾਂ ਮੈਨੂੰ ਅੱਜ ਪੁੱਛਣ ਆਏ, ਲੋਕ ਤਾਂ ਮੈਨੂੰ 5 ਸਾਲ ਤੋਂ ਇਹੀ ਗੱਲ ਪੁੱਛਦੇ ਨੇ, ਅਤੇ ਉਹ ਮੈਂ ਵੀ ਚਾਹੁੰਦੀ ਹਾਂ ਕਿ ਵੀ ਉਹ ਛੇਤੀ ਸਾਫ਼ ਹੋ ਜਾਵੇ ਅਤੇ ਉੱਥੇ ਇੱਕ ਖੇਡ ਦਾ ਬਹੁਤ ਸੋਹਣਾ ਗਰਾਊਂਡ ਬਣੇ ਅਤੇ ਉੱਥੇ ਦੇ ਲੋਕ ਬੱਚੇ ਖੇਡਣ, ਖੁਸ਼ਹਾਲ ਜ਼ਿੰਦਗੀ ਹੋਵੇ, ਇਸ ਤਰ੍ਹਾਂ ਦਾ ਮੇਰਾ ਵੀ ਮਕਸਦ ਹੈ। ਹਾਂ ਮੈਂ ਜਾਊਂਗੀ ਹੁਣ ਸ਼ਾਮ ਨੂੰ, ਕਿਉਂਕਿ ਦੇਖੋ ਮੈਨੂੰ ਹੁਣ ਵੀ ਫ਼ੋਨ ਆ ਰਿਹਾ ਤੁਹਾਡੇ ਸਾਹਮਣੇ ਕਿ ਤੁਸੀਂ ਉੱਥੇ ਜਾਓ। ਸਵੇਰੇ ਵੀ ਮੈਂ ਕਿਤੇ ਜਾ ਕੇ ਆਈ ਹਾਂ, ਲੋਕਾਂ ਦੇ ਕਹਿਣ 'ਤੇ ਅਸੀਂ ਸਰਕਾਰੀ ਆਫਿਸਾਂ 'ਚ ਉਹਨਾਂ ਦੇ ਬਾਰੇ ਜੋ ਰਿਪਰੈਜ਼ੈਂਟ ਹੋਣ ਦੇ ਨਾਤੇ ਮੈਂ ਉਹਨਾਂ ਦੀ ਸਮੱਸਿਆਵਾਂ ਦਾ ਰੱਖਦੀ ਹਾਂ ਵੀ ਕੋਈ ਨਾ ਕੋਈ ਹੱਲ ਨਿਕਲੇ, ਛੇਤੀ ਉਹਨਾਂ ਨੂੰ ਨਿਜਾਤ ਮਿਲੇ। ਸੋ ਇਹ ਆਖਣਾ ਹੈ ਕਿ ਇਸ ਸਮੱਸਿਆ ਨੂੰ ਵਿਚਾਰਿਆ ਜਾ ਰਿਹਾ ਹੈ। ਉਹਨਾਂ ਦਾ ਆਖਣਾ ਹੈ ਕਿ ਕਾਂਗਰਸ ਦੇ ਉੱਪਰ ਪਹਿਲਾਂ ਜਿਹੜੀ ਗੱਲ ਸੁੱਟੀ ਗਈ, ਉਸ ਤੋਂ ਬਾਅਦ ਇਹ ਆਖਿਆ ਗਿਆ ਕਿ ਨਵੀਂ ਇੱਕ ਮਸ਼ੀਨ ਲਿਆਂਦੀ ਜਾਵੇਗੀ ਪਲਾਂਟ ਦੇ ਵਿੱਚ, ਇਸ ਮਸ਼ੀਨ ਦੇ ਜ਼ਰੀਏ ਇਸ ਜਿਹੜੇ ਕੂੜੇ ਕਰਕਟ ਨੂੰ ਹਟਾਇਆ ਜਾਵੇਗਾ। ਅਤੇ ਨਾਲ ਹੀ ਇਹ ਵੀ ਆਖਣਾ ਕਿ ਲੋਕਾਂ ਦੀ ਗੱਲਬਾਤ ਉਹ ਜ਼ਰੂਰ ਸੁਣਦੇ ਨੇ ਅਤੇ ਹੁਣ ਜਾ ਕੇ ਦੌਰਾ ਵੀ ਕਰਕੇ ਆਉਣਗੇ, ਪਰ ਇਸ ਤੋਂ ਬਾਅਦ ਹੀ ਹੁਣ ਪਤਾ ਲੱਗੇਗਾ ਕਿ ਸਰਕਾਰ ਅਸਲ ਦੇ ਵਿੱਚ ਇਸ ਮਸਲੇ 'ਤੇ ਧਿਆਨ ਦਿੰਦੀ ਹੈ ਜਾਂ ਨਹੀਂ ਦਿੰਦੀ। ਜੋ ਗੱਲ ਉਹਨਾਂ ਦੁਆਰਾ ਆਖੀ ਗਈ ਹੈ ਉਹ ਕਦ ਤੱਕ ਪੂਰੀ ਹੁੰਦੀ ਹੈ, ਇਹ ਸਮੇਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ।